सत श्री अकाल जी, स्वागत है तुहाडा गिलको प्रेजेंट्स विचार तकरार। इस प्रोग्राम दे विच मैं हां तुहाडे नाल नरिंदरपाल सिंह। अज पिंड मलके विच हुई बेअदबी के मामले विच जिहड़ी 2015 दे विच हुई सी, उस दे विच 3 दोषियों नूं सज़ा सुना दी गई है। मोगा की अदालत ने यह सज़ा सुनाई है। हुण सवाल ये उठन लग गया कि अगर मलके दे विच ये जिहड़ी बेअदबी की घटना हुई सी उस विच सज़ा सुनाई जा सकती है, उस दे विच कुछ हद तक कहा जा सकता है कि इंसाफ हो गया है, तो बरगाड़ी दे विच इंसाफ दे विच देरी क्यों हो रही है। सवाल हुण ये वड्डा हुंदा जा रहा है कि बरगाड़ी मामले दे विच वाकई कि सिर्फ सियासत हुई इंसाफ के नाँ ते, इस करके इंसाफ दे विच देरी हो रही है। ये वड्डा सवाल जिहड़ा है इसनूं अज असीं विचार तकरार विच इस ते चर्चा करांगे। कुछ मेहमान साडे नाल जुड़नगे, उन्हां दे नाल गलबात करांगे। सवाल ये भी चुकांगे कि जिहड़ी SIT दी, जिसनूं कहा जा रहा है SPS परमार की अगवाई वाली SIT की जिहड़ी फाइनल रिपोर्ट आई है कि उसने भी जिहड़ी सियासत हुई बेअदबी मामलों ते उस साजिश नूं बेनकाब कीता है। ये वड्डे सवाल का जवाब तलाशण की कोशिश करांगे। पर उस तो पहले असीं देखते हैं कि अज मोगा दे विच जिहड़ा फैसला सुनाया गया है उसके की मायने ने, उस फैसले दे विच की कुछ होया, उस फैसले दे विच वकील का की कहना है, तो उस फैसले दे विच की कुछ सामने निकल के आया जिसने वड्डे सवाल खड़े कर देते हैं। पहला ये रिपोर्ट देखते हैं। जिन्हां बेअदबी दा कीता पाप, जिन्हां सिख भावनावां दा कीता कांड, पहली बार मिली अजिहे दोषियां नूं सज़ा। डेरा प्रेमी सन बेअदबी दे गुनाहगार। बरगाड़ी बेअदबी दे तकरीबन 20 दिनों बाद 4 नवंबर 2015 च मोगा दे पिंड मलके च सैंची साहब दी बेअदबी करन वाले 5 मुलजमां चों 3 पिरथी सिंह, मिठू मान ते अमरदीप नूं मोगा कोर्ट ने दोषी करार दे दिता है। हुण तक होईयां बेअदबी दीयां सारियां घटनावां दे विचों यह पहला मामला है जिस च इंसाफ होया है। केस दे सारे मुलजम डेरा प्रेमी सन, जिन्हां चों 2 नूं कोर्ट वल्लों बरी कर दिता गया, जबकि बाकी तिन्ने डेरा प्रेमियां नूं धारा 295A ते धारा 120B दे तहत भी 3-3 साल दी वखरी वखरी कैद अते 5-5 हज़ार रुपए का जुर्माना लगाया गया। पिंड मलके जिला मोगा ਦੇ ਵਿੱਚ ਇਹਨਾਂ ਨੇ ਬੇਅਦਬੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ। ਇਹਨਾਂ ਤੇ 295 120 ਵੀ ਲੱਗੀ ਸੀਗੀ, ਜਿਹੜੇ ਕਿ SIT ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਇਨਵੈਸਟੀਗੇਸ਼ਨ ਤੋਂ ਬਾਅਦ। ਇਹ 5 ਸੀਗੇ ਮੁਜਰਮ ਸੀਗੇ, ਦਵਿੰਦਰ ਸਿੰਘ, ਸਤਨਾਮ ਸਿੰਘ, ਅਮਰਦੀਪ ਸਿੰਘ ਦੀਪਾ ਤੇ ਮਿੱਠੂ ਸਿੰਘ ਮਾਨ ਤੇ ਆਪਣਾ ਦੂਜਾ ਪ੍ਰਿਥਵੀ ਸਿੰਘ। ਕਿਸੇ ਅੱਜ ਕੀ ਫੈਸਲਾ ਹੈ ਜੀ? ਅੱਜ ਫੈਸਲਾ ਇਹ ਹੈ ਜੀ, ਇਹਨਾਂ ਨੂੰ 3 ਜਣਿਆਂ ਨੂੰ 3-3 ਸਾਲ ਦੀ ਸਜ਼ਾ ਕੀਤੀ ਹੈ ਤੇ 2 ਜਣਿਆਂ ਨੂੰ ਬਰੀ ਕੀਤਾ। ਅਸੀਂ ਅਪੀਲ 'ਚ ਜਾਵਾਂਗੇ ਜੀ, ਅੱਗੇ ਜਿਹੜੇ ਬਰੀ ਹੋਏ ਆ ਉਹਨਾਂ ਦੇ ਖਿਲਾਫ ਅਪੀਲ ਪਾਵਾਂਗੇ। ਜੁਰਮਾਨਾ 3 ਜਣਿਆਂ ਨੂੰ ਪਿਆ ਜੀ, ਜਿਨ੍ਹਾਂ ਨੇ ਇੰਪ੍ਰਿਜ਼ਨਮੈਂਟ ਸੁਣਾਈ ਆ ਉਹਨਾਂ ਨੂੰ 5-5000 15,000 ਰੁਪਇਆ ਜੁਰਮਾਨਾ 3 ਜਣਿਆਂ ਨੂੰ ਪਾਇਆ। ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਬੇਅਦਬੀ ਦੀ ਇਸ ਘਟਨਾ ਦੀ ਜਾਂਚ ਵੀ DIG RS ਖੱਟੜਾ ਦੀ ਅਗਵਾਈ ਵਾਲੀ SIT ਨੇ ਸ਼ੁਰੂ ਕੀਤੀ ਸੀ, ਜਿਨ੍ਹਾਂ ਹੁਣ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦਾ ਸਵਾਗਤ ਕੀਤਾ ਹੈ। ਕੋਰਟ ਨੇ ਇਸ 'ਚ ਟੋਟਲ 5 ਬੰਦਿਆਂ ਦਾ ਚਲਾਨ ਅਸੀਂ ਦਿੱਤਾ ਸੀਗਾ ਜੀ, ਜਿਨ੍ਹਾਂ ਚੋਂ 3 ਨੂੰ ਮੇਨ ਦੋਸ਼ੀ ਉਹਨਾਂ ਨੇ ਕਰਾਰ ਦਿੱਤਾ ਹੈ ਤੇ 2 ਨੂੰ ਬਰੀ ਕੀਤਾ ਹੈ, ਜਿਨ੍ਹਾਂ ਦਾ ਪੂਰਾ ਰੋਲ ਨਹੀਂ ਸੀਗਾ, ਉਹਨਾਂ ਦਾ ਸਾਈਡ ਰੋਲ ਸੀਗਾ। ਇੱਕ ਨੇ ਜਿਹੜਾ ਸਤਨਾਮ ਸੱਤਾ ਹੈ ਉਹਨੇ ਬੁੱਕ ਪ੍ਰੋਵਾਈਡ ਕੀਤੀ ਸੀ, ਜਿਹੜੀ ਸੈਂਚੀ ਸੀਗੀ ਉਹਨੇ ਦਿੱਤੀ ਸੀ, ਤੇ ਜਿਹੜਾ ਦਵਿੰਦਰ ਹਰੀਆ ਵਾਲਾ ਇਹਦੀ ਕਾਰ 'ਚ ਲੈ ਕੇ ਗਏ ਸੀ ਉਹ ਸੈਂਚੀ ਨੂੰ, ਤੇ ਇਹਨਾਂ ਦਾ ਜ਼ਿਆਦਾ ਦੋਸ਼ ਨਾ ਹੁੰਦੇ ਕਰਕੇ ਬਰੀ ਕੀਤਾ। ਤੇ 3 ਜਿਹੜੇ ਨੇ ਅਮਰਦੀਪ ਸਿੰਘ ਦੀਪਾ, ਮਿੱਠੂ ਸਿੰਘ ਮਾਨ ਤੇ ਆਪਣਾ ਪ੍ਰਿਥਵੀ ਸਿੰਘ ਪਿਰਥੀ, ਇਹ ਤਿੰਨਾਂ ਨੂੰ 3-3 ਸਾਲ ਦੀ ਸਜ਼ਾ, 5-5 ਹਜ਼ਾਰ ਰੁਪਏ ਜੁਰਮਾਨਾ ਤੇ 120B 'ਚ ਵੀ 3-3 ਸਾਲ। ਪਿੰਡ ਮਲਕੇ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਇਸ ਮਾਮਲੇ ਦੇ ਮੁੱਖ ਗਵਾਹ ਸਨ, ਜਿਨ੍ਹਾਂ 7 ਸਾਲਾਂ ਤੋਂ ਇਸ ਮਾਮਲੇ 'ਚ ਇਨਸਾਫ ਦੇ ਲਈ ਕਾਨੂੰਨੀ ਜੰਗ ਲੜੀ। ਅਦਾਲਤ ਦੇ ਇਸ ਫੈਸਲੇ ਤੋਂ ਗੁਰਸੇਵਕ ਸਿੰਘ ਵੀ ਖੁਸ਼ ਨੇ, ਪਰ ਆਪਣੀ ਸੁਰੱਖਿਆ ਵਾਪਸ ਲੈ ਜਾਣ ਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਆਪਣੀ ਪੜਾਸ ਜ਼ਰੂਰ ਕੱਢੀ ਤੇ ਇਸ ਦੇ ਨਾਲ ਹੀ ਉਹਨਾਂ ਸਰਕਾਰ ਤੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਲਈ ਕਾਨੂੰਨ 'ਚ ਬਦਲਾਅ ਦੀ ਵੀ ਮੰਗ ਕੀਤੀ। ਮੇਰੀ ਬੇਨਤੀ ਹੈ ਕਿ ਸਰਕਾਰ ਨੂੰ, ਭਗਵੰਤ ਮਾਨ ਨੂੰ, ਇਹਨਾਂ ਨੂੰ ਜਿਹੜੀ ਤੁਸੀਂ ਦਿੱਤੀ ਹੈ ਨਾ ਸਿਕਿਉਰਿਟੀ ਦਿੱਤੀ ਹੋਈ ਹੈ 10-10 15-15 ਬੰਦੇ, ਅੱਜ ਜਾ ਕੇ ਦੇਖੋ ਘਰ ਸੀਲ ਕੀਤਾ ਹੋਇਆ ਇਹਨਾਂ ਦੇ। ਜੇ ਸਾਨੂੰ ਕੱਲ ਨੂੰ ਕੁਝ ਹੁੰਦਾ ਨਾ, ਜ਼ਿੰਮੇਵਾਰ ਭਗਵੰਤ ਮਾਨ ਹੋਊਗਾ, ਠੀਕ ਹੈ ਨਾ। ਅਸੀਂ ਇਕੱਲੇ ਰਹਿਣਾ ਦੇ ਇਕੱਲੇ ਆਉਣੇ ਆ। ਇਹਨਾਂ 2 ਗਨਮੈਨ ਸੀ, ਉਹ ਵੋਟਾਂ ਕਰਕੇ ਇਹਨਾਂ ਨੇ ਲਾ ਲਏ ਸੀਗੇ। ਤੇ ਦੂਸਰਾ ਇੱਕ ਮੇਰੀ ਬੇਨਤੀ ਹੈ ਭਗਵੰਤ ਮਾਨ ਨੂੰ, ਜਿਹੜੀ 295A ਲਾਈ ਆ, ਜਿਹੜੀ ਵੀ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਕਰਦਾ ਹੈਗਾ
ਉਹਦੇ ਵਾਸਤੇ ਇਹਨੂੰ 302 ਦੀ ਕਨਵਰਟ ਹੋਣੀ ਚਾਹੀਦੀ ਹੈ 295 ਏ ਦੀ ਜਗ੍ਹਾ ਤੇ। ਨਹੀਂ ਤਾਂ ਫਿਰ ਅਸੀਂ ਅਣਮਿੱਥੇ ਲਈ ਧਰਨਾ ਲਾਵਾਂਗੇ, ਉਹਦੀ ਮੂੰਹ ਵੱਲ ਵੇਖਦੇ ਹਾਂ, 1.5 ਮਹੀਨਾ ਟਾਈਮ ਦਿੰਦੇ ਹਾਂ ਕੀ ਕਰਦਾ। ਸੈਸ਼ਨ ਬੁਲਾ ਕੇ ਸਪੈਸ਼ਲ ਉਹ ਇਹ ਕਾਨੂੰਨ ਬਣਾਵੇ, ਧਾਰਾ 302 ਦੀ, ਕਿਸੇ ਵੀ ਧਰਮ ਦੀ ਕੋਈ ਬੇਅਦਬੀ ਕਰਦਾ 302 ਦੀ ਸਜ਼ਾ ਹੋਣੀ ਚਾਹੀਦੀ। ਮੋਗਾ ਕੋਰਟ ਦੇ ਫੈਸਲੇ ਤੋਂ ਬਾਅਦ ਹਰ ਪਾਸੇ ਸਿੱਖ ਖੁਸ਼ੀ ਜਤਾ ਰਹੇ ਨੇ। ਪਹਿਲੀ ਵਾਰ ਬੇਅਦਬੀ ਦੇ ਕਿਸੇ ਮਾਮਲੇ 'ਚ ਹੋਏ ਇਨਸਾਫ ਨੇ ਹੁਣ ਲੋਕਾਂ ਦੇ ਦਿਲਾਂ ਦੇ ਵਿੱਚ ਉਮੀਦ ਜਗਾਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਜੇਕਰ ਉਸ ਵੇਲੇ ਵਿਰੋਧੀਆਂ ਨੇ ਬਰਗਾੜੀ ਬੇਅਦਬੀ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਦਬਾਅ ਤਤਕਾਲੀ ਅਕਾਲੀ ਸਰਕਾਰ ਤੇ ਨਾ ਪਾਇਆ ਹੁੰਦਾ ਤਾਂ ਉਸ ਦਾ ਵੀ ਇਨਸਾਫ ਹੁਣ ਤੱਕ ਹੋ ਚੁੱਕਿਆ ਹੁੰਦਾ। ਅੱਜ ਮੈਂ ਅਖੌਤੀ ਪੰਥਕਾਂ ਨੂੰ, ਕਾਂਗਰਸ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਜੇ ਉਸ ਸਮੇਂ ਬਰਗਾੜੀ ਤੇ ਗੁਰਜਵਾਰ ਸਿੰਘ ਵਾਲਾ ਦੀ ਜਿਹੜੀ ਜਾਂਚ ਸੀ ਉਹ ਪ੍ਰੈਸ਼ਰ ਪਾ ਕੇ ਪੰਜਾਬ ਪੁਲਿਸ ਤੇ ਬੇਭਰੋਸਗੀ ਜਤਾ ਕੇ ਸੀਬੀਆਈ ਨੂੰ ਨਾ ਦਵਾਈ ਹੁੰਦੀ ਤਾਂ ਜੋ ਉਹ ਕੇਸਾਂ ਦੇ ਵਿੱਚ ਵੀ ਸਜ਼ਾਵਾਂ ਹੋ ਜਾਣੀਆਂ ਸੀ। ਪਰ ਇਹ ਦੋਹਰੇ ਚਿਹਰੇ ਨੇ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਇਹਨਾਂ ਨੂੰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਭਰੋਸਾ ਨਹੀਂ ਸੀ। ਪਰ ਅੱਜ ਇਹਨਾਂ ਨੂੰ ਇੱਕ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਉਸ ਸਮੇਂ ਦੀ ਜਾਂਚ ਦੇ ਵਿੱਚ ਤਾਂ ਅੱਜ ਸਜ਼ਾਵਾਂ ਹੋ ਗਈਆਂ, ਪਰ ਜਿਹੜੀ ਜਾਂਚ ਕਾਂਗਰਸ ਆਮ ਆਦਮੀ ਪਾਰਟੀ ਜਿਹਦੇ ਤੇ ਸਿਆਸਤ ਕਰ ਰਹੀ ਹੈ ਬਰਗਾੜੀ ਤੇ ਗੁਰਜਵਾਰ ਸਿੰਘ ਵਾਲਾ, ਉਹ ਦੋਸ਼ੀਆਂ ਨੂੰ ਸਜ਼ਾਵਾਂ ਕਦੋਂ ਮਿਲਣਗੀਆਂ? ਕਿਉਂਕਿ ਉਹ ਜਾਂਚ ਸਿਰਫ ਤੇ ਸਿਰਫ ਇਹਨਾਂ ਦੀ ਗੰਦੀ ਸਿਆਸਤ ਦੀ ਭੇਂਟ ਚੜ੍ਹੀ। ਮੋਗਾ ਕੋਰਟ ਦੇ ਇਸ ਫੈਸਲੇ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਵੇਲੇ ਬੇਅਦਬੀ ਦੀ ਘਟਨਾ ਦੇ ਲਈ ਡੇਰਾ ਪ੍ਰੇਮੀ ਦੋਸ਼ੀ ਸਨ। ਹਾਈ ਕੋਰਟ ਵੱਲੋਂ ਬਣਾਈ ਗਈ ਐਸਆਈਟੀ ਦੀ ਰਿਪੋਰਟ 'ਚ ਵੀ ਬਰਗਾੜੀ ਬੇਅਦਬੀ ਮਾਮਲੇ 'ਚ ਵੀ ਡੇਰਾ ਸਿਰਸਾ ਮੁਖੀ ਨੂੰ ਹੀ ਮੁੱਖ ਸਾਜ਼ਿਸ਼ਕਰਤਾ ਮੰਨਿਆ ਗਿਆ। ਹੁਣ ਉਮੀਦ ਇਹੀ ਹੈ ਕਿ ਇਸ ਕੇਸ ਵਾਂਗ ਬਰਗਾੜੀ ਬੇਅਦਬੀ ਮਾਮਲੇ 'ਚ ਵੀ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਿੱਖਾਂ ਦੇ ਵਲੂੰਦਰੇ ਹਿਰਦਿਆਂ ਨੂੰ ਰਾਹਤ ਮਿਲ ਸਕੇ। BTC ਨਿਊਜ਼ ਲਈ ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਬੰਟੀ ਰੁਮਾਣਾ ਨੇ ਵੀ ਇਹੀ ਸਵਾਲ ਚੁੱਕੇ ਨੇ ਕਿ ਅਗਰ ਬਰਗਾੜੀ ਮਾਮਲੇ ਤੇ ਉਸ ਵੇਲੇ ਜਦੋਂ ਇਹ ਮਾਮਲਾ ਹੋਇਆ ਸੀ ਤੇ ਉਸ ਜਾਂਚ ਸਿੱਧੇ ਤਰੀਕੇ ਨਾਲ ਕਰਨ ਦਿੱਤੀ ਜਾਂਦੀ, ਦਬਾਅ ਨਾ ਬਣਾਇਆ ਜਾਂਦਾ ਕਿ ਸੀਬੀਆਈ ਨੂੰ ਇਹ ਜਾਂਚ ਸੌਂਪੀ ਜਾਏ, ਤਾਂ ਅੱਜ ਇਨਸਾਫ ਦੇ ਲਈ, ਬਰਗਾੜੀ ਦੇ ਇਨਸਾਫ ਦੇ ਲਈ ਇੰਤਜ਼ਾਰ ਨਹੀਂ ਕਰਨਾ ਪੈਣਾ ਸੀ। ਅੱਜ ਇੱਕ ਬੜਾ ਇਤਿਹਾਸਿਕ ਫੈਸਲਾ ਮੋਗੇ ਦੀ ਅਦਾਲਤ 'ਚ ਹੋਇਆ, ਜਿਹਦੇ 'ਚ ਮਲਕੇ ਵਿਖੇ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ। 3-3 ਸਾਲ ਦੀ ਸਜ਼ਾ ਹੋਈ। 2015 'ਚ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਕਈ ਦੁਖਦਾਈ ਘਟਨਾਵਾਂ ਬੇਅਦਬੀ ਦੀਆਂ ਹੋਈਆਂ। ਅਕਤੂਬਰ 2015 ਦੇ ਵਿੱਚ ਬਰਗਾੜੀ ਦਾ ਦੁਖਦਾਈ ਕਾਂਡ ਹੁੰਦਾ ਹੈ। ਨਵੰਬਰ 2015 'ਚ ਮਲਕੇ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ। ਤੁਸੀਂ ਸੰਗਤ ਜੀ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ 2015 ਨਵੰਬਰ 'ਚ ਜਿਹੜੀ ਘਟਨਾ ਹੁੰਦੀ ਹੈ ਉਹਦੇ ਵਿੱਚ ਤੁਸੀਂ ਵੇਖੋ ਐਵੀਡੈਂਸ ਵੀ ਕਲੈਕਟ ਹੋਇਆ, ਇਨਵੈਸਟੀਗੇਸ਼ਨ ਵੀ ਹੋਈ, ਚਲਾਨ ਵੀ ਪੇਸ਼ ਹੋਏ, ਟਰਾਇਲ ਵੀ ਹੋਇਆ ਤੇ ਅੱਜ ਸਜ਼ਾਵਾਂ ਵੀ ਮਿਲ ਗਈਆਂ। ਤੇ ਜਿਹੜੇ ਦੁਖਦਾਈ ਘਟਨਾਵਾਂ ਬਰਗਾੜੀ ਵਾਲੀਆਂ ਅਕਤੂਬਰ 'ਚ ਹੋਈਆਂ ਉਹ ਅੱਜ ਤੱਕ ਕੌਮ ਉਹਨਾਂ ਦੇ ਇਨਸਾਫ ਦੀ ਲੜਾਈ ਲੜ ਰਹੀ ਹੈ। ਕਿਸੇ ਪਾਸੇ ਕੌਮ ਨੂੰ ਹਜੇ ਤੱਕ ਰਾਹਤ ਨਹੀਂ ਮਿਲੀ। ਇਹਦਾ ਅੰਤਰ ਕਿਉਂ ਹੈ? ਜਿਹੜੀਆਂ ਘਟਨਾਵਾਂ ਨਵੰਬਰ 'ਚ ਹੋਈਆਂ ਉਹਨਾਂ 'ਚ ਇਨਸਾਫ ਮਿਲ ਗਿਆ, ਸਜ਼ਾਵਾਂ ਹੋ ਗਈਆਂ। ਅਕਤੂਬਰ ਵਾਲੇ ਹਜੇ ਜਿਹੜੀਆਂ ਘਟਨਾਵਾਂ ਉਹਨਾਂ ਦੀ ਲੜਾਈ ਲੜ ਰਹੇ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਸਿਰਫ ਇੱਕ ਹੈ, ਜਿਹੜੀਆਂ ਨਵੰਬਰ 'ਚ ਇਹ ਮਲਕੇ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਹੋਈ, ਇਹਦੀ ਇਨਵੈਸਟੀਗੇਸ਼ਨ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਲੇ ਰਹਿ ਗਈ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਉਸ ਵੇਲੇ ਹੋਮ ਮਿਨਿਸਟਰ ਸੀ। ਉਹਨਾਂ ਨੇ ਸਿੱਟ ਬਣਾਈ। ਉਸ ਸਿੱਟ ਨੇ ਸਾਰਾ ਐਵੀਡੈਂਸ ਕਲੈਕਟ ਕਰਕੇ, ਚਲਾਨ ਪੇਸ਼ ਕਰਕੇ, ਟਰਾਇਲ ਕਨਕਲੂਡ ਕਰਾ ਕੇ ਤੇ ਅੱਜ ਸਜ਼ਾਵਾਂ ਦਿਵਾਤੀਆਂ। ਦੂਜੇ ਪਾਸੇ ਜਿਹੜੇ ਬਰਗਾੜੀ ਦੁਖਦਾਈ ਘਟਨਾ ਹੋਈ ਸੀ ਉੱਥੇ ਬੜੀ ਵੱਡੀ ਸਿਆਸਤ ਖੇਡੀ ਗਈ। ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਨੇ, ਅਖੌਤੀ ਪੰਥਕ ਜਥੇਬੰਦੀਆਂ ਨੇ ਇੱਕ ਏਜੰਡੇ ਤਹਿਤ, ਏਜੰਡਾ ਕੀ ਸੀ? ਸਿਆਸਤ ਕਰਨੀ, ਸਿਆਸੀ ਰੋਟੀਆਂ ਸੇਕਣੀਆਂ, ਸੱਤਾ ਹਾਸਲ ਕਰਨੀ, ਕੌਮ ਨੂੰ ਇਨਸਾਫ ਦਿਵਾਉਣਾ ਉਹਨਾਂ ਦਾ ਮਕਸਦ ਨਹੀਂ ਸੀ। ਇੱਕ ਸਿਆਸੀ ਏਜੰਡੇ ਤਹਿਤ ਸਰਕਾਰ ਤੇ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਪ੍ਰੈਸ਼ਰ ਪਾ ਕੇ ਉਹ ਇਨਵੈਸਟੀਗੇਸ਼ਨਸ ਸੀਬੀਆਈ ਨੂੰ ਦਵਾ ਦਿੱਤੀਆਂ। ਤੁਸੀਂ ਇਹ ਵੇਖੋ, ਜੇ ਅੱਜ ਉਹ ਇਨਵੈਸਟੀਗੇਸ਼ਨਸ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਲੇ ਰਹਿ ਜਾਂਦੀਆਂ ਤੇ ਜੇ ਮਲਕੇ ਵਾਲੇ ਕੇਸ ਕਨਕਲੂਡ ਹੋ ਕੇ, ਟਰਾਇਲ ਹੋ ਕੇ ਤੇ ਸਜ਼ਾਵਾਂ ਮਿਲ ਸਕਦੀਆਂ ਸੀ, ਫਿਰ ਅੱਜ ਉਹਨਾਂ ਦੇ ਵਿੱਚ ਵੀ ਟਰਾਇਲ ਕਨਕਲੂਡ ਹੋਏ ਹੁੰਦੇ ਤੇ ਸਜ਼ਾਵਾਂ ਮਿਲੀਆਂ ਹੁੰਦੀਆਂ ਦੋਸ਼ੀਆਂ ਨੂੰ। ਇਹ ਕੌਮ ਦੀ ਪਿੱਠ ਦੇ ਵਿੱਚ ਕਾਂਗਰਸ ਪਾਰਟੀ ਨੇ, ਆਮ ਆਦਮੀ ਪਾਰਟੀ ਨੇ ਤੇ ਉਹਨਾਂ ਅਖੌਤਕ ਪੰਥਕ ਜਥੇਬੰਦੀਆਂ ਨੇ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਉਹਨਾਂ ਦਾ ਮਕਸਦ ਕਦੇ ਕੌਮ ਨੂੰ ਇਨਸਾਫ ਦਿਵਾਉਣ ਨਹੀਂ ਸੀ। ਉਹਨਾਂ ਨੇ ਕਦੇ ਕੌਮ ਦੇ ਨਾਲ
ईमानदारी नाल लड़ाई नहीं लड़ी। सो अज मैं यही बेनती करदा संगत के सामने, अज उन्हां दे चेहरे नंगे हुए है, अज उन्हां दी असली चेहरे लोकां दे सामने आए है। तुसीं ये वेखो, 2 केस जिहड़े दिनां दे फर्क ते होए होण। बरगाड़ी 12 अक्तूबर नूं बेअदबी हुंदी है, मलके 4 नवंबर नूं बेअदबी हुंदी है। 4 नवंबर वाली बेअदबी दी सजावां भी अदालत च हो जांदियां हैं ते 12 अक्तूबर वाली लड़ाई असी अज भी कौम लड़ रहे हैं। सो इस विच कौम नूं सोचण दी लोड़ है। आपदे दिमाग ते जोर पा के सारी कौम नूं मैं बेनती करदा कि अज भी पछाणीए जिहड़े कौम दे दोखी है, जिहड़े कौम दे गुनाहगार है, जिहड़े कौम दी पिठ 'च हमेशा हर वेले छुरा मारदे रहे, उन्हां दे चेहरे अज कौम दे सामने आए है। मैं फिर कहना, जे वो इन्वेस्टिगेशनस भी ये राजनीति ना करते तो श्रोमणी अकाली दल की सरकार कोले रह जांदियां, अज वो दोषियों को भी सज़ा मिली होगी। सो कौम नूं जिथे अज सज़ावां जिहड़ियां होईयां मलके के केस दे विच ओहदी वधाई दिना, पर यह भी गुरु साहब के चरनां च अरदास बेनती करदा कि उन्हां दीयां सज़ावां जरूर इदों वध होणीआं चाहीदियां। उत्थे मैं कौम नूं यह भी विश्वास दिवाउणा है कि जिहड़ियां दूसरे बरगाड़ी वाला दुखदाई घटना ओहदी इंसाफ की लड़ाई अपनी इस तरह जारी रहूगी ते श्रोमणी अकाली दल उदों तक चुप नहीं बैठेगा जदों तक उहदे विच भी दोषी फड़े जाण ते उन्हां नूं सज़ावां ना हो। सो सारी संगत नूं मैं अज दी इस इतिहासिक फैसले की एक बार फिर बधाई दिना। सारी संगत का धन्यवाद जी। जी हाँ, कई सवाल अकाली दल खड़े कर रहे हैं और सवाल की ने असी इस चर्चा के दौरान जो चुकांगे वो तुहानूं दस दिंदे आ। पहला सब तो वड्डा सवाल यही है कि की बरगाड़ी बेअदबी मामले में इंसाफ के नाँ ते सिर्फ हुण तक सियासत हुई है, इस वजह नाल ये देरी हो रही है कि CBI नूं जांच सौंपण लई पाया गया दबा बरगाड़ी बेअदबी मामले के इंसाफ दे विच अड़िका बने। बरगाड़ी बेअदबी ते आई SIT दी यानी SPS परमार दी फाइनल रिपोर्ट ने की सियासी साजिश नूं बेनकाब किया। ये वड्डे सवाल ने जिस ते असीं चर्चा करांगे। चर्चा करन लई साडे नाल करनैल सिंह पीर मुहम्मद साहब ने, श्रोमणी अकाली दल के आगू मोहाली स्टूडियो तो साडे नाल ने। पीर मुहम्मद साहब बहुत बहुत स्वागत है तुहाडा। इस तो इलावा साडे नाल इंदरपाल सिंह जी ने, डायरैक्टर ने ओवरसीज़ श्री गुरु गोबिंद सिंह स्टडी सर्कल दे। इंदरपाल सिंह जी तुहाडा भी बहुत बहुत स्वागत है। नाल ही साडे नाल गुरचरण सिंह गरेवाल जी जो SGPC के मैंबर ने, लुधियाना तो साडे नाल जुड़े हुए हैं। बहुत बहुत स्वागत है गरेवाल जी तुहाडा भी। सब तो पहला सवाल पीर मुहम्मद जी तुहाडे तो, एक तो SIT की जिहड़ी रिपोर्ट है, जाहिर है तुसीं वार-वार ये गल कह रहे हो कि इस दे नाल साबित हो गया कि अकाली दल की लीडरशिप का बरगाड़ी बेअदबी मामले में कुछ लेना देना नहीं सी। दूसरा अज जिहड़ा फैसला आया उसनूं लैके हुणे तुसीं बंटी रोमाणा नूं सुनिया भी, उन्होंने कहा कि जे यह जांच साडे कोल रहण दित्ती जांदी, उस वेले दी सरकार नूं करन दित्ती जांदी ठीक तरीके नाल, तां बरगाड़ी विच इंसाफ जिहड़ा जिसदा इंतजार अज भी है वो इंतजार नहीं करना पैना सी। पर यह गल किस आधार पर कही जा रही है? क्योंकि मामले जिहड़े हुंदे ने वो अड्ड-अड्ड तरीके दे हुंदे ने, उहदे च रैमिफिकेशन अड्ड होंदियां ने, कईयां च गवाह ज़्यादा होंदे ने, किसी की जांच नूं वध समा लगदा है। किस आधार पर अकाली दल ये गल कह रहे हैं? पीर मुहम्मद साहब देखो नरिंदरपाल जी, मेन गल ये आ कि साहिब श्री गुरु ग्रंथ साहिब जी सिखां दे तां गुरु है ने, लेकिन वो पूरी कायनात दे मालक गुरु ने और लिविंग गुरु ने, और जिन्हां दे उपर पूरे संसार दे विच हर जीव हर प्राणी जिहड़ा वो आस्था रखदा है, जिस नूं समझे कि गुरबाणी धुर की बाणी आई तिन सगली चिंत मिटाई। इस पवित्र गुरबाणी दा जिसने थोड़ा बहुता भी ज्ञान हासिल किया, जिहड़ियां घटनावां वापरियां ने पिछले समय दे विच, जदों तो ये वापरियां ने उदों तो लैके गुरु दा हर सिख जिहड़ा उनदा हिरदे जिहड़े वलुंदरे गए, और हर पल जिहड़ा इस गल दा दुख सी कि गुरु ग्रंथ साहिब जी दी बेअदबी कोई कर नहीं सकदा, जिहड़ा करदा है वो मंदबुद्धि का शिकार है, वो किसी साजिश दी हिस्सा हैगा, जिहड़ा इहो जे घिनौने काम दे विच जिस दी शमूलीयत है। लेकिन जिहड़ी सब तो दुखदाई गल ये आ कि इस दे लई जिहड़ी श्रोमणी अकाली दल जिहड़ी कि सिख कौम दी पंथक जमात है, और जिहड़ी कि बनी इस करके सी, उनकी स्थापना इस करके हुई सी कि उस वेले गुरु घरां दे उपर कब्जे किए गए सी महंता वल्लों अंग्रेज़ां दी शह दे उत्ते, दे नाल हर उस संघर्ष दे विच हिस्सा लैंदा रहा जिथे गुरु दी बेअदबी दा मसला हुंदा होवे, जिथे गुरु दे निंदक जिहड़े आ उन्हां नूं पछाड़न दी गल होवे। लेकिन जदों ये सारा दोष श्रोमणी अकाली दल दे सिर मरण वास्ते एक गहरी साजिश रची गई, असी उस वक्त भी ये गल कहिंदे सी
ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇਸ ਮੰਦਭਾਗੀ ਘਟਨਾ ਦੇ ਵਿੱਚ ਉਹਦਾ ਕੋਈ ਆਗੂ ਸ਼ਾਮਲ ਨਹੀਂ ਹੋ ਸਕਦਾ। ਕੋਈ ਇਹੋ ਜੀ ਜਿਹੜੀ ਸਾਜ਼ਿਸ਼ ਰਚੀ ਗਈ ਉਹਨੂੰ ਨੰਗਿਆ ਕੀਤਾ ਜਾਣਾ ਚਾਹੀਦਾ। ਉਸ ਦੇ ਉੱਪਰ ਪਹਿਲਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਬੈਠਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਵੇਲੇ, ਫਿਰ ਉਸ ਤੋਂ ਬਾਅਦ ਜਸਟਿਸ ਆਪਣੇ ਰਣਜੀਤ ਸਿੰਘ ਕਮਿਸ਼ਨ ਬੈਠਾ, ਫਿਰ ਖੱਟੜਾ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਜਿਹੜੇ ਆਈਜੀ ਸਨ ਸਰਦਾਰ ਰਣਬੀਰ ਸਿੰਘ ਖੱਟੜਾ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ SIT ਬਿਠਾਈ ਗਈ, ਫਿਰ CBI ਨੂੰ ਵੀ ਜਾਂਚ ਸੌਂਪੀ ਗਈ, ਫਿਰ ਉਸ ਤੋਂ ਬਾਅਦ ਜਿਹੜੀ ਚੰਨੀ ਸਰਕਾਰ ਆਈ ਉਸ ਨੇ, ਉਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ। ਸੋ ਜਿੰਨੀਆਂ ਵੀ ਜਾਂਚ ਕਮੇਟੀਆਂ ਬੈਠੀਆਂ ਉਹਨਾਂ ਦੀ ਜਿਹੜੀ ਵੀ ਰਿਪੋਰਟ ਆਉਂਦੀ ਰਹੀ, ਉਸ ਰਿਪੋਰਟ ਦੇ ਵਿੱਚ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ। ਉਸ ਦੇ ਵਿੱਚ ਕੀ ਸੀ, ਇੱਕ ਸਾਜ਼ਿਸ਼ ਰਚੀ ਗਈ, ਕਿਉਂਕਿ ਜਿਹੜੀਆਂ ਘਟਨਾਵਾਂ ਉਸ ਤੋਂ ਬਾਅਦ ਵਾਪਰੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਚੋਰੀ ਹੋਣ ਤੋਂ ਬਾਅਦ, ਉਹਨਾਂ ਘਟਨਾਵਾਂ ਦੇ ਵਿੱਚ ਜਦੋਂ ਇੱਥੇ ਬਰਗਾੜੀ ਦੇ ਵਿੱਚ ਜਿਹੜੀ ਘਟਨਾ ਵਾਪਰੀ, ਫਿਰ ਕੋਟਕਪੂਰਾ ਦੇ ਵਿੱਚ ਜਿਹੜੀ ਘਟਨਾ ਵਾਪਰ ਗਈ, ਉਸ ਨੂੰ ਲੈ ਕੇ ਜਿਹੜਾ ਇੱਕ ਇਹੋ ਜਿਹੀ ਧਾਰਨਾ ਬਣਾ ਦਿੱਤੀ ਗਈ ਕਿ ਜੇ ਇੱਥੇ ਇਹ ਸਿੰਘ ਸ਼ਹੀਦ ਹੋ ਗਏ ਨੇ ਜਾਂ ਇੱਥੇ ਜਿਹੜੀ ਇਹ ਘਟਨਾ ਵਾਪਰ ਗਈ ਹੈ, ਇਸ ਲਈ ਇਸ ਦੇ ਪਿੱਛੇ ਵੀ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ ਪੀਰ ਮੁਹੰਮਦ ਸਾਹਿਬ ਜਿਹੜੇ ਵਿਰੋਧੀ ਨੇ ਉਹ ਸਵਾਲ ਜੀ ਪੀਰ ਮੁਹੰਮਦ ਸਾਹਿਬ ਵਿਰੋਧੀ ਜਿਹੜਾ ਸਵਾਲ ਲਗਾਤਾਰ ਕਰਦੇ ਰਹੇ ਨੇ ਉਹ ਇਹ ਹੈ ਕਿ ਜਿਹੜੀ ਉਸ ਤੋਂ ਬਾਅਦ ਜਾਂਚ ਹੋਈ, ਜਾਂਚ ਠੀਕ ਤਰੀਕੇ ਨਾਲ ਨਹੀਂ ਹੋਈ। ਅਕਾਲੀ ਦਲ ਦੀ ਸਰਕਾਰ ਨੇ ਉਸ ਵੇਲੇ ਦੋਸ਼ੀਆਂ ਤੇ ਕਾਰਵਾਈ ਨਹੀਂ ਕੀਤੀ ਜਿਹੜੀ ਬਣਦੀ ਕਾਰਵਾਈ ਹੈ। ਇਹ ਤੁਸੀਂ ਇਹ ਚਾਹਿਆ ਕਿ ਇਹ ਮਾਮਲਾ ਕਿਸੇ ਤਰੀਕੇ ਨਾਲ ਦਬ ਜਾਏ, ਇਹ ਸਵਾਲ ਚੁੱਕਦੇ ਰਹੇ ਨੇ, ਇਸ ਦਾ ਕੀ ਜਵਾਬ ਹੈ? ਮੈਂ ਇਹੋ ਹੀ ਗੱਲ ਕਹਿਣੀ ਚਾਹਣਾ ਕਿ ਮੈਂ ਲਗਾਤਾਰ ਜਿਹੜੀ ਤੁਹਾਨੂੰ ਸਾਰੀ ਇਹ ਗੱਲ ਦੱਸੀ ਉਸ ਦਾ ਕਾਰਨ ਕੀ ਹੈ ਕਿ ਕਿਸ ਤਰ੍ਹਾਂ ਦੀ ਧਾਰਨਾ ਸ਼ੁਰੂ ਤੋਂ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਰਚੀ ਸੀ ਉਹਨਾਂ ਦਾ ਮਨੋਰਥ ਇੱਕੋ ਇੱਕ ਸੀ ਕਿ ਕਿਸੇ ਵੀ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਜਿੱਥੇ ਇੱਥੇ ਡਿਵੈਲਪਮੈਂਟ ਹੋ ਰਹੀ ਸੀ, ਇੱਥੇ ਚੰਗੇ ਕੰਮ ਹੋ ਰਹੇ ਸੀ, ਔਰ ਉਹਨਾਂ ਨੇ ਇੱਕ ਇਹ ਗੱਲ ਕਹਿ ਦਿੱਤੀ ਕਿ ਸਾਡੀ ਲੀਡਰਸ਼ਿਪ ਵੀ ਕਹਿੰਦੀ ਸੀ ਕਿ ਅਸੀਂ ਤਾਂ ਹੁਣ 25-30 ਸਾਲ ਇੱਥੇ ਰਾਜ ਕਰਨਾ ਹੈ। ਉਹਨਾਂ ਨੇ ਗੱਲ ਕਹੀ ਕਿ ਇਹਨਾਂ ਨੂੰ ਕਿਵੇਂ ਇਹਨਾਂ ਦੀਆਂ ਜੜ੍ਹਾਂ ਨੂੰ ਹਿਲਾਇਆ ਜਾਵੇ, ਔਰ ਉਹ ਜਿਹੜੀ ਪਹਿਰੇਦਾਰ ਜਥੇਬੰਦੀ ਸੀ ਉਹਦੇ ਉੱਪਰ ਹੀ ਉਹ ਸਾਰਾ ਚਿੱਕੜ ਸੁੱਟ ਦਿੱਤਾ ਗਿਆ। ਔਰ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਅੱਜ ਜਦੋਂ ਐਡਾ ਵੱਡਾ ਫੈਸਲਾ ਆ ਰਿਹਾ, ਤੁਸੀਂ ਦੇਖੋ 2 ਘਟਨਾਵਾਂ ਹੋਈਆਂ ਇਹਨਾਂ ਦਿਨਾਂ ਦੇ ਵਿੱਚ। ਇੱਕ ਤਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਜਿਹੜੀ ਜਾਂਚ ਕਮੇਟੀ ਦੀ ਰਿਪੋਰਟ ਜਨਤਕ ਕਰਦਿਆਂ ਹੋਇਆਂ ਕੁਝ ਪੰਥਕ ਆਗੂਆਂ ਦੇ ਹੱਥ ਦੇ ਵਿੱਚ ਉਹ ਰਿਪੋਰਟ ਸੌਂਪੀ। ਜਦੋਂ ਰਿਪੋਰਟ ਲੋਕਾਂ ਦੇ ਸਾਹਮਣੇ ਗਈ, ਮੀਡੀਆ ਦੇ ਵਿੱਚ ਗਈ, TV ਚੈਨਲਾਂ ਦੇ ਉੱਪਰ ਚੱਲੀ, ਤਾਂ ਇਹਨਾਂ ਨੇ ਐਨਕਾਂ ਲਾ ਕੇ ਦੇਖਿਆ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਲੀਅਤ ਉਹਦੇ ਵਿੱਚ ਨਜ਼ਰ ਨਹੀਂ ਆਈ। ਫਿਰ ਉਸ ਤੋਂ ਬਾਅਦ ਜਿਹੜੀ ਹੁਣ ਮਲਕੇ ਦੀ ਘਟਨਾ ਵਾਪਰੀ ਸੀ, ਉਹਦੀ ਜਿਹੜੀ ਜਾਂਚ ਕਰਵਾਈ ਗਈ ਸੀ ਉਸ ਵੇਲੇ ਦੀ ਸਰਕਾਰ ਵੱਲੋਂ, ਅਕਾਲੀ ਸਰਕਾਰ ਵੱਲੋਂ, ਔਰ ਉਸ ਦੇ ਵਿੱਚ ਅੱਜ ਦੋਸ਼ੀਆਂ ਨੂੰ ਭਾਵੇਂ ਕਿ ਬੜੀ ਨਾਮਾਤਰ ਸਜ਼ਾ ਹੋਈ ਹੈ, ਕਿਉਂਕਿ ਸਾਡੇ ਹਾਜ਼ਰ ਨਾਜ਼ਰ ਪਾਤਸ਼ਾਹ ਨੇ, ਸੁਪਰੀਮ ਕੋਰਟ ਨੇ ਲਿਵਿੰਗ ਗੁਰੂ ਦਾ ਜੋ ਇੱਕ ਬਹੁਤ ਵੱਡਾ, ਭਾਵੇਂ ਕਿਸੇ ਦਰਜੇ ਦੀ ਲੋੜ ਨਹੀਂ ਪਰ ਉਹਨਾਂ ਨੇ ਮੰਨਿਆ ਹੈ, ਤਾਂ ਇਹ ਘੱਟੋ ਘੱਟ ਸਜ਼ਾ ਜਿਹੜੀ ਮੌਤ ਦੀ ਹੋਣੀ ਚਾਹੀਦੀ ਹੈ ਔਰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਪਰ ਇਹ ਜਿਹੜੀ ਸਜ਼ਾ ਮਿਲੀ ਹੈ ਇਸ ਗੱਲ ਦਾ ਸਬੂਤ ਹੈ। ਮੈਂ ਤਾਂ ਇਹ ਗੱਲ ਕਹਾਂਗਾ ਕਿ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਜਾਂ ਜਿੰਨੇ ਵੀ ਸਾਡੇ ਧਾਰਮਿਕ ਲੋਕ ਨੇ, ਉਹਨਾਂ ਨੂੰ ਇਕੱਠੇ ਹੋ ਕੇ ਇਸ ਗੱਲ ਦੇ ਉੱਤੇ ਫੈਸਲਾ ਕਰਨਾ ਚਾਹੀਦਾ ਕਿ ਇੱਕ ਇਹੋ ਜਿਹਾ ਸਖਤ ਕਾਨੂੰਨ ਬਣੇ ਕਿ ਜਿਹੜਾ ਇਸ ਤਰ੍ਹਾਂ ਦੀ ਧਾਰਮਿਕ ਆਸਥਾ ਨੂੰ ਸੱਟ ਮਾਰਨ ਵਾਲੀ ਕੋਈ ਕਾਰਵਾਈ ਕਰਦਾ ਉਹਨੂੰ ਘੱਟੋ ਘੱਟ ਮੌਤ ਦੀ ਸਜ਼ਾ ਮਿਲਣੀ ਚਾਹੀਦੀ। ਨਹੀਂ ਉਹ ਅਕਾਲੀ ਦਲ ਨੇ ਪਾਸ ਕੀਤਾ ਹੋਇਆ ਬਿੱਲ ਤੁਹਾਨੂੰ ਜੀ ਵਿਧਾਨ ਸਭਾ ਦੇ ਅੰਦਰ। ਮੈਂ ਗਰੇਵਾਲ ਸਾਹਿਬ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ, ਇਹ ਜਿਹੜੀ ਪੀਰ ਮੁਹੰਮਦ ਸਾਹਿਬ ਗੱਲ ਕਹਿ ਰਹੇ ਨੇ ਕਿ ਸਾਡੇ ਖਿਲਾਫ ਸਾਜ਼ਿਸ਼ ਰਚੀ ਗਈ, ਹੁਣ ਜਿਹੜੀ ਸਰਕਾਰ ਦੇ ਵਿੱਚ ਜਿਹੜਾ ਇਨਸੀਡੈਂਟ ਹੁੰਦਾ, ਕੋਈ ਵੀ ਘਟਨਾ ਹੁੰਦੀ ਹੈ, ਜਿਵੇਂ ਫੋਰ ਐਗਜ਼ਾਮਪਲ ਆਪਾਂ ਕਹੀਏ ਕਿ ਮੂਸੇਵਾਲੇ ਦਾ ਕਤਲ ਹੋਇਆ, ਤਾਂ ਉਸ ਘਟਨਾ ਦੇ ਲਈ ਸਰਕਾਰ ਨੂੰ ਹੀ ਤਾਂ ਲੋਕ ਜ਼ਿੰਮੇਵਾਰ ਦੱਸਦੇ ਨੇ ਕਿ ਸਰਕਾਰ ਦੀ ਵਜ੍ਹਾ ਨਾਲ ਜਾਂ ਸਰਕਾਰ ਦੀ ਕਿਸੇ ਤਰੀਕੇ ਦੀ ਨਲਾਇਕੀ ਜਾਂ ਕਿਸੇ ਤਰੀਕੇ ਦੀ ਕਮਜ਼ੋਰੀ ਉਸ ਵਜ੍ਹਾ ਨਾਲ ਇਨਸੀਡੈਂਟ ਹੋਇਆ। ਤੇ ਅਗਰ ਉਸ ਵੇਲੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਔਰ ਅਕਾਲੀ ਦਲ ਨੂੰ ਵਿਰੋਧੀਆਂ ਨੇ ਕਟਹਿਰੇ ਵਿੱਚ ਖੜਾ ਕੀਤਾ, ਤਾਂ ਇਸ ਵਿੱਚ ਕੀ ਗਲਤ ਸੀ? ਮੈਂ ਤਾਂ ਇਸ ਤੋਂ ਵੀ ਜ਼ਿਆਦਾ ਗੱਲ ਕਰਨੀ ਚਾਹੁੰਦਾ ਜੀ ਕਿ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਬਣੇ, ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਅਣਖ ਨਾਲ ਜਿਉਣ ਵਾਲੇ ਲੋਕ ਨੇ, ਆਪਣੇ ਗੁਰੂ ਪ੍ਰਤੀ ਸਿਰ ਵੀ ਤਲੀ ਤੇ ਰੱਖ ਕੇ ਲੜ ਸਕਦੇ ਆ। ਇਸ ਪੰਜਾਬ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰੂਆਂ ਦੇ ਗੁਰੂ, ਮਨੁੱਖਤਾ ਦੇ ਗੁਰੂ ਦੇ ਤੌਰ ਤੇ ਸਨਮਾਨੇ ਜਾਂਦੇ ਆ, ਉਹਨਾਂ ਦੀ ਬੇਅਦਬੀ ਹੁੰਦੀ ਆ, ਜਿਹੜੇ ਪਵਿੱਤਰ ਪੰਨੇ ਜਿਹੜੇ ਆ ਉਹ ਕਹਿ ਕੇ ਗਲੀ ਵਿੱਚ ਖਿਲਾਰੇ ਜਾਂਦੇ ਆ।
ਤੇ ਇਹ ਜਿਹੜਾ ਉਹ ਵੀ ਉਦੋਂ ਹੁੰਦਾ ਜਦੋਂ ਅਕਾਲੀ ਦਲ ਦੀ ਸਰਕਾਰ ਹੈ। ਇਸ ਸਮੇਂ ਤੇ ਜਿਹੜਾ ਕੁਝ ਲੋਕਾਂ ਦੇ ਮਨ ਦੇ ਅੰਦਰ ਭਾਵਨਾ ਭੜਕੀ, ਲੋਕਾਂ ਦੇ ਮਨ ਦੇ ਅੰਦਰ ਰੋਸ ਪੈਦਾ ਹੋਇਆ, ਇਹ ਆਪਣੇ ਆਪ ਦੇ ਵਿੱਚ ਬੜਾ ਸੁਭਾਵਿਕ ਸੀ। ਇਸ ਗੱਲ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਹ ਕਹੀਏ ਕਿ ਉਹ ਜਿਹੜੀ ਸੰਗਤ ਸੀਗੀ, ਸੰਗਤ ਦੇ ਮਨ ਦਾ ਰੋਸ ਗਲਤ ਸੀ, ਨਹੀਂ, ਸੰਗਤ ਦੇ ਮਨ ਦਾ ਰੋਸ ਬਿਲਕੁਲ 100% ਵੀ ਜਾਇਜ਼ ਸੀ। ਕਿਉਂਕਿ ਅਕਾਲੀ ਦਲ ਦੀ ਸਰਕਾਰ ਜਿਹੜੀ, ਅਕਾਲੀ ਦਲ ਪੰਥ ਦੀ, ਕੌਮ ਦੀ, ਪੰਥਕ ਮਰਜ਼ਾਦਾਵਾਂ ਦੀ ਜਿਹੜੀ ਰਾਖੀ ਕਰਦੀ ਆ। ਹੁਣ ਜਿਹੜੀ ਗੱਲ ਮੈਂ ਇਹ ਕਰਦਾ ਕਿ ਇੱਥੇ ਪ੍ਰਚਾਰ ਸਾਡੇ ਖਿਲਾਫ ਆਮ ਆਦਮੀ ਨਵੀਂ ਪਾਰਟੀ ਆਈ, ਉਸ ਤੋਂ ਬਾਅਦ ਕਾਂਗਰਸ ਜਿਹੜੀ ਆ ਉਹਨਾਂ ਨੇ ਕਾਮਾਰੋਲੀ ਇੰਨੀ ਚੁੱਕ ਦਿੱਤੀ ਕਿ ਸਾਡੇ ਪੱਖ ਨੂੰ ਸੰਗਤ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ। ਜਿਵੇਂ ਹੁਣ ਤੁਸੀਂ ਜ਼ਿਕਰ ਆਪ ਹੀ ਕੀਤਾ ਕਿ ਧਰਨਾ ਲੱਗ ਗਿਆ, ਧਰਨਾ ਲੱਗਣ ਤੇ ਜਿਹੜੀ ਪੁਲਿਸ ਸੀਗੀ, ਜਿਹੜੇ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਬੜੀ ਗਲਤ ਕਾਰਵਾਈ ਕੀਤੀ, ਗੋਲੀ ਚਲਾਈ, ਗੋਲੀ ਚਲਾਉਣ ਨਾਲ 2 ਸਿੰਘ ਸ਼ਹੀਦ ਹੋ ਗਏ, ਉਹ ਹੋਰ ਜਿਵੇਂ ਕਹਿੰਦੇ ਆ ਸਾਡੇ ਖਿਲਾਫ ਰੋਸ ਪੈਦਾ ਹੋ ਗਿਆ। ਪਰ ਇੱਕ ਗੱਲ ਜਿਹੜੀ ਆ ਅਸੀਂ ਨਹੀਂ ਵਿਚਾਰਦੇ ਕਿ ਜੇ ਗੋਲੀ ਚੱਲੀ, ਗੋਲੀ ਚੱਲਣ ਸਾਰ ਜਿਹੜਾ ਡੀਜੀਪੀ ਸੈਣੀ ਸੀਗਾ ਉਹਨੂੰ ਤੁਰੰਤ ਲਾਂਭੇ ਕਰ ਦਿੱਤਾ ਗਿਆ, ਜਦੋਂ ਕਿ ਸੰਗਤ ਵੱਲੋਂ ਤੇ ਜਥੇਬੰਦੀਆਂ ਵੱਲੋਂ ਜਿਹੜੇ ਕਿ ਉਸ ਸਮੇਂ ਅਗਵਾਈ ਕਰਦੇ ਸੀ ਉਹਨਾਂ ਨੇ ਓਪਨਲੀ ਇਹ ਗੱਲ ਕਹੀ ਕਿ ਸਾਨੂੰ ਪੰਜਾਬ ਪੁਲਿਸ ਤੋਂ ਕਿਸੇ ਤਰ੍ਹਾਂ ਦੀ ਆਸ ਨਹੀਂ ਹੈਗੀ। ਹੁਣੇ ਤੁਸੀਂ ਜ਼ਿਕਰ ਕੀਤਾ ਨਾ ਕਿ ਜੇ ਉਦੋਂ ਸਾਨੂੰ ਜਾਂਚ ਕਰ ਦਿੱਤੀ ਜਾਂਦੀ, ਬਿਲਕੁਲ ਇਹ ਪੱਖ ਜਿਹੜਾ ਵਾ ਇਹ ਸੰਗਤ ਨੇ ਉਦੋਂ ਇਹ ਗੱਲ ਸਾਨੂੰ ਸਾਰਿਆਂ ਨੂੰ ਸੋਚਣੀ ਪੈਣੀ ਆ, ਸਮਝਣੀ ਪੈਣੀ ਆ, ਯਾਦ ਕਰਨੀ ਪੈਣੀ ਆ ਕਿ ਮੈਂ ਵੀ ਉਸ ਸਮੇਂ ਉਹ ਸਾਰਾ ਦ੍ਰਿਸ਼ ਦੇਖਿਆ ਕਿ ਕਿਵੇਂ ਜਿਹੜੇ ਸਮੁੱਚੀ ਸੰਗਤ ਨੇ ਇਹ ਗੱਲ ਦਾ ਐਲਾਨ ਕੀਤਾ ਕਿ ਅਸੀਂ ਜਿਹੜੀ ਇਨਕੁਆਇਰੀ ਆ, ਜਿਹੜੀ ਜਾਂਚ ਆ, ਇਹ ਪੰਜਾਬ ਪੁਲਿਸ ਜਾਂ ਅਕਾਲੀ ਦਲ ਦੀ ਸਰਕਾਰ ਦੇ ਅਧੀਨ ਨਹੀਂ ਕਰਾਉਣਾ ਚਾਹੁੰਦੇ। ਤੇ ਉਹ ਜਾਂਚ ਬਹੁਤ ਹੀ ਭਾਵੁਕ ਹੁੰਦੇ ਆ, ਬੜੇ ਉਸ ਹੁਕਮ ਮੰਨਦੇ ਆ। ਉਸ ਮੌਕੇ ਦੇ ਜਿਹੜੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਜਿਹੜੀ ਜਾਂਚ ਆ ਉਹ ਸੀਬੀਆਈ ਨੂੰ ਦਿੱਤੀ। ਅੱਗੇ ਜਿਹੜੀ ਸੀਬੀਆਈ ਦੀ ਜਾਂਚ ਆ, ਕਿਉਂਕਿ ਅਸੀਂ ਤਾਂ ਜਾਂਚਾਂ ਭੁਗਤੀਆਂ, ਸਾਨੂੰ ਪਤਾ ਸੀਬੀਆਈ ਦੀ ਜਾਂਚ ਬਹੁਤ ਲੰਬਾ ਸਮਾਂ ਚੱਲਦੀ ਆ, ਉਹਦੀ ਡੂੰਘਾਈ ਜਾਣ ਨੂੰ ਚੱਲਦੀ ਆ, ਉਹਨੇ ਲੰਬਾ ਸਮਾਂ ਲਾਤਾ ਤੇ ਉਹ ਜਾਂਚ ਸਾਡੇ ਕੋਲ ਨਹੀਂ ਸੀ। ਪਰ ਜੇ ਜਾਂਚ ਸਾਡੇ ਕੋਲ ਹੁੰਦੀ, ਅੱਜ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ, ਅੱਜ 7 ਸਾਲ ਬਾਅਦ ਜਿਹੜਾ ਫੈਸਲਾ ਆਇਆ, ਇਹ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਅਕਾਲੀ ਦਲ ਦਾ ਕੋਈ ਵਰਕਰ ਇਸ ਕਿਨਾ ਮਾਮਲੇ ਦੇ ਵਿੱਚ ਬੇਅਦਬੀ ਵਿੱਚ ਸ਼ਾਮਲ ਨਹੀਂ ਸੀ। ਇੱਥੇ ਇਹ ਗੱਲ ਸਾਨੂੰ ਬਹੁਤ ਗੰਭੀਰਤਾ ਨਾਲ ਦੇਖਣੀ ਪੈਣੀ ਆ। ਤੁਹਾਡੇ ਰਾਹੀਂ ਸਮੁੱਚੀ ਜਿਹੜੀ ਮਾਨਵਤਾ ਜਾਂ ਪੰਜਾਬ ਦੇ ਲੋਕ ਜਾਂ ਦੂਰ ਬੈਠੇ ਸਿੱਖ ਜਿਹੜੇ ਆ ਇਹ ਗੱਲ ਸਮਝ ਰਹੇ ਆ ਕਿ ਜਿਹੜੀ ਇਹ ਜਾਂਚ ਹੋਈ ਆ, ਇਹ ਜਾਂਚ ਦਾ ਸਾਡੀ ਅਕਾਲੀ ਦਲ ਦੇ ਨਾਲ ਕਿਸੇ ਤਰ੍ਹਾਂ ਦਾ ਹੇਜ ਨਹੀਂ ਸੀ। ਤੁਸੀਂ ਦੇਖੋ ਕਿ ਜਿਹੜੇ ਸਾਡੇ ਕੁੰਵਰ ਵਿਜੇ ਪ੍ਰਤਾਪ, ਜਿਹੜੇ ਕਾਂਗਰਸ ਦੇ ਬੜੇ ਚਹੇਤੇ ਸੀ ਕੈਪਟਨ ਸਾਹਿਬ ਦੇ, ਉਹਨਾਂ ਨੇ ਜਿਹੜੀ ਜਾਂਚ ਕੀਤੀ 5 ਅਧਿਕਾਰੀਆਂ ਚੋਂ ਸਿਰਫ ਇਕੱਲੇ ਉਹ ਰਹਿ ਗਏ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਵੀ ਉਹਨਾਂ ਦੇ ਇਤਰਾਜ਼ ਕੀਤਾ, ਪਰ ਉਹਨਾਂ ਨੇ ਚਲਾਨ ਪੇਸ਼ ਕੀਤਾ ਆਪਦੇ ਸਾਈਨ ਕਰਕੇ। ਉਸ ਗੱਲ ਤੇ ਖਿਚਾਈ ਵੀ ਹੋਈ ਤੇ ਉਹਨਾਂ ਨੇ 9 ਚਲਾਨ ਪੇਸ਼ ਕੀਤੇ ਤੇ 1 ਚਲਾਨ ਬਾਕੀ ਆ। ਤੇ 9 ਚਲਾਨਾਂ ਦੇ ਵਿੱਚ ਇੱਕ ਥਾਂ ਵੀ, ਇੱਕ ਵੀ ਜਗ੍ਹਾ ਤੇ ਪੀਰ ਮੁਹੰਮਦ ਸਾਹਿਬ ਨੇ ਜ਼ਿਕਰ ਕੀਤਾ ਨਾ ਕਿ ਜਿੰਨੇ ਇੱਥੇ ਰਣਜੀਤ ਸਿੰਘ ਕਮਿਸ਼ਨ ਬਣਿਆ, ਹੋਰ ਕੋਈ ਕਮਿਸ਼ਨ ਬਣਿਆ, ਜਾਂਚਾਂ ਬਣੀਆਂ, ਜਿਹੜੀ ਕੁੰਵਰ ਵਿਜੇ ਪ੍ਰਤਾਪ ਜੀ ਦੀ ਅੱਜ ਬੜਾ ਰੌਲਾ ਪਾਇਆ ਜਾ ਰਿਹਾ ਕਿ ਉਹਨੂੰ ਲਿਆਂਦਾ ਜਾਵੇ। ਮੈਂ ਇਹ ਗੱਲ ਕਰਦਾ ਕਿ 9 ਚਲਾਨ ਪੇਸ਼ ਹੋਏ, ਕਿਸੇ ਵੀ ਤਰ੍ਹਾਂ ਇੱਕ ਵੀ ਲਿੰਕ ਜਿਹੜਾ ਅਕਾਲੀ ਦਲ ਦੇ ਨਾਲ ਸਹਿਮਤ ਨਹੀਂ ਹੋਇਆ। ਤੇ ਜਿਹੜਾ ਕੁਝ ਹਾਈ ਕੋਰਟ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ, ਮਾਫ ਕਰਨਗੇ ਮੈਨੂੰ ਕਿ ਇਹ ਸ਼ਬਦ ਮੈਂ ਇਹ ਕਿਉਂਕਿ ਮੁਹਾਵਰਾ ਵਾ, ਕਿ ਹਾਈ ਕੋਰਟ ਨੇ ਜਿਹੜੀ ਉਹਨਾਂ ਦੇ ਮੂੰਹ ਤੇ ਤਮਾਚਾ ਮਾਰਿਆ, ਜਿਹੜਾ ਉਹਨਾਂ ਨੂੰ ਇਸ ਗੱਲ ਦੀ ਜਲਾਲਤ ਝੱਲਣੀ ਪਈ। ਮੈਂ ਇੱਥੇ ਵੀ ਸਪਸ਼ਟ ਕਰ ਦਿਆਂ, ਕਈ ਲੋਕ ਇਸ ਗੱਲ ਲਈ ਜਾਣਕਾਰ ਨਹੀਂ ਹੋਣਗੇ ਕਿ ਕੁੰਵਰ ਵਿਜੇ ਪ੍ਰਤਾਪ ਨੇ ਕੁਰਬਾਨੀ ਨਹੀਂ ਕੀਤੀ, ਉਹਨੇ ਅਹੁਦਾ ਛੱਡ ਕੇ ਅਸਤੀਫਾ ਦੇ ਕੇ ਕੁਰਬਾਨੀ ਨਹੀਂ ਕੀਤੀ, ਕਿਉਂਕਿ ਉਹਦੀ ਜਿਹੜੀ ਕਾਰਵਾਈ ਜਿਹੜੀ ਹਾਈ ਕੋਰਟ ਨੇ ਉਹਦੇ ਖਿਲਾਫ ਟਿੱਪਣੀ ਕੀਤੀ ਸੀ, ਉਸ ਲਈ ਜਿਹੜਾ ਮਹਿਕਮੇ ਦੇ ਅੰਦਰ ਉਹਦੇ ਖਿਲਾਫ ਕਾਰਵਾਈ ਹੋਣੀ ਸੀ, ਉਹਦੇ ਖਿਲਾਫ ਇਨਕੁਆਇਰੀ ਹੋਣੀ ਸੀ। ਉਹਨੇ ਇਸ ਗੱਲ ਦੇ ਮੱਦੇਨਜ਼ਰ ਅਸਤੀਫਾ ਦਿੱਤਾ। ਹੁਣ ਮੈਂ ਗੱਲ ਕਰਦਾ ਕਿ ਹਾਈ ਕੋਰਟ ਨੇ ਇਹ ਗੱਲ ਕਹੀ, ਹਾਈ ਕੋਰਟ ਨੇ ਕਹੀ ਕਿ ਇੱਕ ਜਾਂਚ ਕਮੇਟੀ ਬਣਾਈ ਜਾਵੇ। ਚੰਨੀ, ਆਪਣੇ ਸਿੱਧੂ ਸਾਹਿਬ, ਸਾਡੇ ਰੰਧਾਵਾ ਸੁਖੀ ਜੀ, ਇਹਨਾਂ ਦਾ ਉਦੋਂ ਰਾਜ ਸੀਗਾ, ਉਦੋਂ ਇਹਨਾਂ ਦਾ ਟਾਈਮ ਆਇਆ ਹੋਇਆ ਸੀ। ਤੁਸੀਂ ਦੇਖੋ ਕਿ ਕਈ ਦਿਨ ਲੱਗੇ ਸੁਖੀ ਰੰਧਾਵਾ ਡਿਪਟੀ ਮੁੱਖ ਮੰਤਰੀ, ਅੱਜ ਵੀ ਤੁਸੀਂ ਬੈਠੇ ਹੋ, ਲੋਕ ਵੀ ਸਾਰੇ ਬੈਠੇ ਸੁਣ ਰਹੇ ਆ, ਉਹਨਾਂ ਦੇ ਘਰੇ ਮੀਟਿੰਗਾਂ ਹੋਈਆਂ, ਅਫਸਰਾਂ ਨੂੰ ਬੁਲਾਇਆ ਗਿਆ ਕਿ ਕਾਕਾ ਕੀ ਤੂੰ ਬਾਦਲ ਦੇ ਪਰਿਵਾਰ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ ਪੈਨ ਚਲਾਏਗਾ। ਬਹੁਤ ਸਾਰੇ ਬੰਦੇ ਬੁਲਾਏ ਗਏ ਤੇ ਦੇਖਿਆ ਗਿਆ ਕਿ ਇਹ ਜਿਹੜੇ ਕੁਝ ਲੋਕ ਆ, ਇਹ ਜਿਹੜੇ ਸ਼ਾਇਦ ਸਾਡੇ ਹੱਕ ਜਾਣਗੇ, ਕਿਉਂਕਿ ਇਹ ਚਾਹੁੰਦੇ ਸੀ
ਕਿ ਜਿਹੜੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਕਿਸੇ ਨਾ ਕਿਸੇ ਢੰਗ ਨਾਲ ਦਾਗੀ ਕੀਤਾ ਜਾਵੇ, ਨਾਮ ਲਿਆਂਦਾ ਜਾਵੇ। ਪਰ ਦੇਖੋ ਇਹ ਗੱਲ ਬਹੁਤ ਵੱਡੀ ਹੋਈ। ਅਸੀਂ ਗੁਰੂ ਦਾ ਸ਼ੁਕਰ ਕਰਦੇ ਹਾਂ ਤੇ ਉਹ ਅਫਸਰਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿੰਨੇ ਪ੍ਰੈਸ਼ਰ ਅਧੀਨ ਉਹਨਾਂ ਨੇ ਇਸ ਜਾਂਚ ਨੂੰ ਸਹੀ ਤਰੀਕੇ ਨਾਲ ਮੁਕੰਮਲ ਕੀਤਾ। ਤੇ ਤੁਸੀਂ ਹਾਲਾਤ ਵੇਖੋ ਕੁਦਰਤ ਨੇ ਕਿਸ ਤਰ੍ਹਾਂ ਦੇ ਬਣਾਏ ਕਿ ਇਹ ਜਿਹੜੀ ਜਾਂਚ ਹੈ, ਜਿਹੜੀ ਜਾਂਚ ਦੇ ਖਿਲਾਫ, ਜਿਹੜੀ ਪਾਰਟੀ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਉੱਚੀ ਸੁਰ ਵਿੱਚ ਭਗਵੰਤ ਮਾਨ ਜੀ ਰੌਲਾ ਪਾਉਂਦੇ ਸੀ, ਉਹਦੀ ਪਾਰਟੀ ਰੌਲਾ ਪਾਉਂਦੀ ਸੀ। ਅਖੀਰ ਇਹ ਜਾਂਚ ਨੂੰ ਨਸ਼ਰ ਕਰਨਾ ਪਿਆ ਕਿਉਂਕਿ ਸੰਵਿਧਾਨਕ ਤੌਰ ਤੇ ਹਾਈ ਕੋਰਟ ਦੇ ਆਰਡਰ ਸਨ। ਭਗਵੰਤ ਮਾਨ ਜੀ ਇਹ ਜਾਂਚ ਕਰ ਰਹੇ ਨੇ, ਇਹ ਜਿਹੜੀ ਇਹਦੀ ਰਿਪੋਰਟ ਜਾਰੀ ਕਰ ਰਹੇ ਆ ਤੇ ਉਹ ਰਿਪੋਰਟ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਇੱਥੇ ਅਕਾਲੀ ਦਲ ਦਾ ਕਿਸੇ ਤਰ੍ਹਾਂ ਦਾ ਲੇਖਾ ਦੇਖਾ ਨਹੀਂ ਤੇ ਕਾਂਗਰਸ ਬੁਖਲਾ ਜਾਂਦੀ ਆ ਤੇ ਕਾਂਗਰਸ ਕਹਿੰਦੀ ਜੀ ਆਮ ਆਦਮੀ ਤੇ ਅਕਾਲੀ ਰਲੇ ਹੋਏ ਆ। ਜੀ ਮੈਂ ਵਾਪਸ ਆਣਾ ਗਰੇਵਾਲ ਸਾਹਿਬ, ਮੈਂ ਵਾਪਸ ਆਣਾ ਪਾਸੇ ਤੁਰ ਪਏ ਨੇ ਜੀ। ਇੰਦਰਪਾਲ ਜੀ ਸਵਾਲ ਜਿਹੜਾ ਕਿ ਪੀਰ ਮੁਹੰਮਦ ਸਾਹਿਬ ਨੇ ਵੀ ਚੁੱਕਿਆ ਤੇ ਗਰੇਵਾਲ ਸਾਹਿਬ ਵੀ ਕਹਿ ਰਹੇ ਨੇ, ਇਹ ਆਪਣੇ ਆਪ 'ਚ ਇਸ ਹਿਸਾਬ ਨਾਲ ਤਾਂ ਜਾਇਜ਼ ਬਣਦਾ ਹੈ ਕਿ ਪਹਿਲਾਂ ਜਦੋਂ ਜਿਹੜੀ ਸਰਕਾਰ ਦੇ ਸਮੇਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਦਬਾਅ ਪਾਇਆ ਗਿਆ ਕਿ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਜਾਂਚ CBI ਨੂੰ ਦਿੱਤੀ ਜਾਵੇ। ਆਪਣੀ ਸਰਕਾਰ ਵਾਪਸ ਆਉਂਦੀ ਹੈ ਤਾਂ CBI ਤੋਂ ਜਾਂਚ ਵਾਪਸ ਲੈ ਕੇ ਵਾਪਸ ਪੰਜਾਬ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਆਖਿਰ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਰਿਪੋਰਟ ਹੈ ਉਹ ਜਿਹੜੇ ਇਨਸੀਡੈਂਟ ਇਸ ਦੇ ਨਾਲ ਜੁੜੇ ਹੋਏ ਨੇ ਉਸ ਨੂੰ ਪੇਸ਼ ਕੀਤਾ ਜਾਂਦਾ ਤੇ ਉਸ ਦੇ ਵਿੱਚ ਅਕਾਲੀ ਦਲ ਲੀਡਰਸ਼ਿਪ ਤੇ ਸਵਾਲ ਚੁੱਕੇ ਜਾਂਦੇ ਨੇ। ਉਹ ਗੱਲ ਅੱਡ ਹੈ ਜਿਵੇਂ ਕਿਹਾ ਕਿ ਹਾਈ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਤੇ ਕਿਹਾ ਕਿ ਇਹ ਜਾਂਚ ਸਿਆਸਤ ਤੋਂ ਪ੍ਰਭਾਵਿਤ ਹੈ, ਤਾਂ ਫਿਰ ਇਹ ਸਵਾਲ ਤਾਂ ਉੱਠਣੇ ਲਾਜ਼ਮੀ ਹੈ ਕਿ ਪਹਿਲਾਂ ਤੁਸੀਂ ਕਹੋ ਕਿ CBI ਇਨਸਾਫ ਕਰੂਗੀ, ਆਪਣੀ ਸਰਕਾਰ ਆਏ ਤਾਂ ਕਹੋ ਪੰਜਾਬ ਪੁਲਿਸ ਇਨਸਾਫ ਕਰੇਗੀ ਕਿਉਂਕਿ ਤੁਸੀਂ ਉਸ ਨਾਲ ਖੇਡ ਸਕਦੇ ਹੋ, ਉਸ ਜਾਂਚ ਨਾਲ ਖੇਡ ਸਕਦੇ ਹੋ। ਤਾਂ ਇਹ ਸਵਾਲ ਕੀ ਵਾਜਿਬ ਨਹੀਂ ਦੋਵਾਂ ਧਿਰਾਂ ਵੱਲੋਂ ਜਿਹੜੇ ਚੁੱਕੇ ਜਾ ਰਹੇ ਨੇ? ਇੰਦਰਪਾਲ ਸਿੰਘ ਜੀ ਦੇਖੋ ਨਰਿੰਦਰਪਾਲ ਸਿੰਘ ਜੀ, ਜਿੱਥੋਂ ਤੱਕ ਤਾਂ ਸਵਾਲ ਜਾਇਜ਼ ਹੈ ਜਾਂ ਨਜਾਇਜ਼ ਹੈ ਉਹਦੇ ਬਾਰੇ ਤਾਂ ਦੋਨੋਂ ਮੇਰੇ ਸਤਿਕਾਰਯੋਗ ਬੁਲਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਉਹਨਾਂ ਨੇ ਬਾਖੂਬੀ ਉਹਦਾ ਹੀ ਜਿਹੜਾ ਖੁਲਾਸਾ ਕਰ ਦਿੱਤਾ ਹੈ। ਜਿਹੜਾ ਅਸਲੀ ਸਵਾਲ, ਸਭ ਤੋਂ ਵੱਡਾ ਸਵਾਲ ਸੰਗਤ ਦੇ ਸਾਹਮਣੇ ਹੈ ਜਾਂ ਸਾਡੇ ਇਨਸਾਫ ਪਸੰਦ ਸ਼ਹਿਰੀਆਂ ਦੇ ਸਾਹਮਣੇ ਹੈ ਕਿ ਜੇ ਤੁਸੀਂ ਪਿਛਲੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਦਬਾਉਣ ਦੇ ਲਈ ਡੇਰਾਵਾਦ ਨੂੰ ਉਤਸ਼ਾਹਿਤ ਕੀਤਾ ਗਿਆ, ਕਦੀ ਨਿਰੰਕਾਰੀਆਂ ਨੂੰ, ਕਦੀ ਕਿਸੇ ਹੋਰ ਡੇਰਾਵਾਦ ਨੂੰ, ਤੇ ਅੱਜ ਪੰਜਾਬ 'ਚ ਜਿਹੜੀ ਕਿਤਾਬ ਛਪੀ ਹੈ 9000 ਤੋਂ ਉੱਤੇ ਡੇਰੇ ਆ ਪੰਜਾਬ ਦੇ ਵਿੱਚ, ਉਹ ਸਾਰਿਆਂ ਨੂੰ ਇੱਕ ਸਾਜ਼ਿਸ਼ ਦੇ ਅਧੀਨ, ਇੱਕ ਪੂਰੀ ਸੋਚੀ ਸਮਝੀ ਇੱਕ ਸਕੀਮ ਦੇ ਅਧੀਨ ਉਤਸ਼ਾਹਿਤ ਕੀਤਾ ਗਿਆ। ਇਹ ਜਿਹੜਾ ਸੱਚਾ ਸੌਦੇ ਵਾਲਾ ਡੇਰਾ, ਇਹ ਵੀ ਇੱਕ ਸਿੱਖ ਡੇਰਾ ਮੰਨਿਆ ਗਿਆ ਸੀ। ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ, ਸ਼ਾਹ ਸਤਨਾਮ ਜੀ ਵੇਲੇ ਤੇ ਦੂਜੇ ਜਿਹੜੇ ਮਸਤਾਨਾ ਜੀ ਸੀਗੇ। ਉਸ ਤੋਂ ਬਾਅਦ ਜਦੋਂ ਦੇ ਇਹ ਮੌਜੂਦਾ ਮੁਖੀ ਉੱਥੇ ਆਏ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੋਂ ਚੁਕਾਇਆ ਤੇ ਆਪਣੇ ਆਪ ਨੂੰ ਤੀਜੀ ਪਾਤਸ਼ਾਹੀ ਕਹਿਣੀ ਸ਼ੁਰੂ ਕੀਤਾ। ਇਹ ਗੱਲ ਇੱਕ ਟਕਰਾਅ ਦੀ ਜਿਹੜੀ ਨੀਤੀ ਸਿੱਖ ਪੰਥ ਦੇ ਨਾਲ, ਸਿੱਖ ਵਿਚਾਰਧਾਰਾ ਦੇ ਨਾਲ, ਜਿਹੜਾ ਸ਼ਬਦ ਗੁਰੂ ਦਾ ਕਨਸੈਪਟ ਹੈ, ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਕੌਣ ਗੁਰੂ ਕਿਸਕਾ ਤੂੰ ਚੇਲਾ, ਤਾਂ ਉਹਨਾਂ ਨੇ ਕਿਹਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹ ਜਿਹੜਾ ਸ਼ਬਦ ਗੁਰੂ ਦਾ ਕਨਸੈਪਟ ਸਿੱਖਾਂ ਦੇ, ਪੂਰੀ ਸਿੱਖ ਕੌਮ ਦੇ ਗੁਰੂ ਨਾਨਕ ਨਾਮ ਲੇਵਾ ਜਿੰਨੇ ਵੀ ਸ਼ਰਧਾਲੂ ਹੈ ਉਹ ਉਹਨਾਂ ਦੇ ਮਨ ਮੰਦਰ ਦੇ ਵਿੱਚ ਉਕਰਿਆ ਹੋਇਆ। ਉਸ ਕਨਸੈਪਟ ਨੂੰ ਢਾਲ ਲਾਉਣ ਦੇ ਲਈ ਇੱਦਾਂ ਦੇ ਡੇਰੇ ਪਹਿਲਾਂ ਨਿਰੰਕਾਰੀਆਂ ਨੂੰ ਖੜੇ ਕਰਕੇ ਜੋ 1978 ਦੀਆਂ ਜਾਂ ਉਸ ਤੋਂ ਪਹਿਲਾਂ ਦੀਆਂ ਘਟਨਾਵਾਂ ਵਾਪਰੀਆਂ ਉਹ ਤੁਹਾਡੇ ਸਾਹਮਣੇ ਹੈ ਕਿ ਕਿੱਥੋਂ ਤੱਕ ਪੰਜਾਬ ਨੇ ਉਹਦਾ ਸੰਤਾਪ ਭੋਗਿਆ। ਉਦੋਂ ਸਬਕ ਸਿੱਖਣ ਦੀ ਬਜਾਏ ਇਹ ਇੱਕ ਨਵਾਂ ਜਿਹੜਾ 2007 ਦੇ ਵਿੱਚ ਘਟਨਾ ਜਿਹੜੀ ਹੋਈ, ਜਦੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚੋਂ ਇਹ ਸਾਰੀਆਂ ਨਿਕਲੀਆਂ। ਅੱਜ ਜਦੋਂ ਇਹ ਸਾਜ਼ਿਸ਼ ਬੇਨਕਾਬ ਹੋ ਗਈ ਹੈ, ਇੱਕ ਜਗ੍ਹਾ ਤੇ ਚਲਾਨ ਪੇਸ਼ ਹੋ ਗਿਆ ਜਿਹਦੇ ਵਿੱਚ ਡੇਰਾ ਪ੍ਰਮੁੱਖ ਨੂੰ ਇਹ ਮੇਨ ਜਿਹੜਾ ਸਾਜ਼ਿਸ਼ਕਰਤਾ ਦੇ ਪ੍ਰਮੁੱਖ ਦੇ ਤੌਰ ਤੇ ਉੱਥੇ ਨਾਮਜ਼ਦ ਕੀਤਾ ਗਿਆ ਹੈ, ਨਾਲ ਹੋਰ ਡੇਰਾ ਪ੍ਰੇਮੀ ਨਾਮਜ਼ਦ ਕੀਤੇ ਗਏ ਹੈ। ਉੱਥੇ ਅੱਜ ਇੱਕ ਉਸੇ ਨਾਲ ਦੇ ਮਿਲਦੇ ਜੁਲਦੇ ਕੇਸ ਦੇ ਵਿੱਚ ਜਿਹੜਾ ਮੱਲੇ ਕੇ ਮੋਗਾ ਜਿਹਦਾ ਤੁਸੀਂ ਹੁਣੇ ਵਿਸਥਾਰਤ ਵੇਰਵਾ ਦਿੱਤਾ ਹੈ, ਉਹਦੇ ਵਿੱਚ ਅੱਜ 3 ਸਾਲ ਦੀ ਸਜ਼ਾ ਡੇਰਾ ਪ੍ਰੇਮੀਆਂ ਨੂੰ ਹੋ ਗਈ ਹੈ। ਜਦੋਂ ਹੁਣ ਇਹ ਐਸਟੈਬਲਿਸ਼ ਹੋ ਗਿਆ ਕਾਨੂੰਨੀ ਤੌਰ ਤੇ ਕਿ ਇਹ ਡੇਰਾ ਸਾਜ਼ਿਸ਼ਾਂ ਰਚ ਰਿਹਾ ਹੈ, ਇਹ ਡੇਰਾ ਜਾਣ ਬੁੱਝ ਕੇ ਪੰਜਾਬ ਦੇ ਦੇਸ਼ ਦੇ ਅਮਨ ਕਾਨੂੰਨ ਨੂੰ ਅੱਗ ਲਾਉਣ ਦੇ ਲਈ ਦੋਨਾਂ ਜਿਹੜੇ ਫਿਰਕਿਆਂ ਦੇ ਵਿੱਚ ਵੱਖ-ਵੱਖ ਜਿਹੜੀਆਂ ਧਾਰਮਿਕ ਸਦਭਾਵਨਾ ਨੂੰ ਸੱਟ ਮਾਰਨ ਦੇ ਲਈ ਕਰ ਰਿਹਾ, ਤਾਂ ਕੀ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ, ਸਾਰੀਆਂ ਸਰਕਾਰਾਂ ਨੂੰ ਇਹ ਸਿਰ ਜੋੜ ਕੇ ਬੈਠਣ ਦੀ ਲੋੜ ਨਹੀਂ ਕਿ ਜੇ ਡੇਰਿਆਂ ਤੇ ਕਦੋਂ ਸਕੰਜਾ ਕੱਸਿਆ ਜਾਵੇਗਾ, ਕਦੋਂ ਇਹਨਾਂ ਡੇਰਿਆਂ ਦੀਆਂ ਜਿਹੜੀਆਂ ਇਹਨਾਂ ਸਰਗਰਮੀਆਂ ਤੇ ਪਾਬੰਦੀਆਂ ਲਾਈਆਂ ਜਾਣਗੀਆਂ, ਕਿੰਨਾ ਚਿਰ ਜੇ ਦੇਸ਼ ਦੀ ਜਨਤਾ, ਪੰਜਾਬ ਦੀ ਜਨਤਾ, ਹੋਰ ਜਿਨ੍ਹਾਂ ਦੇ ਧਾਰਮਿਕ, ਜਿਨ੍ਹਾਂ ਦੇ ਅਕੀਦੇ ਹੈ, ਜਿਨ੍ਹਾਂ ਦੇ ਹਿਰਦੇ ਬਲੁੰਦਰੇ ਗਏ ਇਹਨਾਂ ਘਟਨਾਵਾਂ ਦੇ ਨਾਲ,
ਉਹਨਾਂ ਨੂੰ ਕਦੋਂ ਤੱਕ ਇਹਨਾਂ ਦੇ ਬਲਦੀ ਦੇ ਬੂਥੇ ਸੁੱਟਿਆ ਜਾਵੇਗਾ। ਇਹਨਾਂ ਡੇਰਿਆਂ ਨੂੰ ਮਨਮਾਨੀ ਕਰਨ ਦੀ, ਇਹਨਾਂ ਡੇਰਿਆਂ ਨੂੰ ਸਰਕਾਰੀ ਸੁਰੱਖਿਆ ਵੀ ਦਿੱਤੀ ਜਾਊਗੀ। ਸਭ ਤੋਂ ਵੱਡਾ ਸਵਾਲ ਨਰਿੰਦਰਪਾਲ ਜੀ ਇਹ ਹੈ ਜੀ 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 ਇਹ ਜਿਹੜੀ ਵੋਟ ਬੈਂਕ ਵਾਲੀ ਸਿਆਸਤ ਹੈ, ਇਦੋਂ ਪਾਸੇ ਹਟ ਕੇ ਪੋਲੀਟੀਕਲ ਪਾਰਟੀਆਂ ਨੂੰ ਰਾਜਨੀਤਿਕ ਮੁੱਦਿਆਂ ਨੂੰ, ਜੋ ਪੰਜਾਬ ਦੇ ਮੁੱਦੇ ਆ, ਜੋ ਦੇਸ਼ ਦੇ ਮੁੱਦੇ ਆ, ਜੋ ਅੰਪਲਾਇਮੈਂਟ ਦੇ ਮੁੱਦੇ ਆ, ਖੇਤੀਬਾੜੀ ਦੇ ਮੁੱਦੇ ਆ, ਜੋ ਇੰਡਸਟਰੀ ਨੂੰ ਪੰਜਾਬ ਦੇ ਵਿੱਚੋਂ ਭੱਜੀ ਜਾ ਰਹੀ ਹੈ, ਜੋ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਹੈ, ਉਹ ਜਿਹੜੇ ਵੱਡੇ ਵੱਡੇ ਮੁੱਦੇ ਆ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਰਾਜਨੀਤਿਕ ਪਾਰਟੀਆਂ ਅੱਗੇ ਆਉਂਦੀਆਂ? ਕਿਉਂ ਰਾਜਨੀਤਿਕ ਪਾਰਟੀਆਂ ਦੀ ਮੈਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣਾ ਜ਼ਰੂਰ। ਇਹ ਵੋਟ ਬੈਂਕ ਦਾ ਜਿਹੜਾ ਡੇਰਾ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕਰਨਾ, ਉਹਨਾਂ ਘਟਨਾਵਾਂ ਤੇ ਸਿਆਸਤ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। 2 ਡਿਵੈਲਪਮੈਂਟ ਵੱਡੀਆਂ ਬੇਅਦਬੀ ਮਾਮਲੇ ਦੇ ਨਾਲ ਜੁੜੀਆਂ ਹੋਈਆਂ। ਐਸਪੀਐਸ ਪਰਮਾਰ ਦੀ ਰਿਪੋਰਟ ਆਈ ਔਰ ਉਸ ਤੋਂ ਬਾਅਦ ਨਾਲ ਹੀ ਅੱਜ ਮੋਗਾ ਦੇ ਵਿੱਚ ਜਿਹੜਾ ਫੈਸਲਾ ਹੋਇਆ, ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ। ਹੁਣ ਸਵਾਲ ਇਹ ਹੈ ਕਿ ਬਰਗਾੜੀ ਮਾਮਲੇ ਵਿੱਚ ਹਜੇ ਵੀ ਰਿਪੋਰਟ ਹੀ ਆ ਰਹੀ ਹੈ, ਇਨਸਾਫ ਦਾ ਇੰਤਜ਼ਾਰ ਕਿਉਂ ਹੈ ਜਦੋਂ ਕਿ ਮਲਕੇ ਕਾਂਡ ਵਿੱਚ ਦੋਸ਼ੀਆਂ ਨੂੰ ਸਜ਼ਾ ਹੋ ਗਈ ਹੈ? ਕੀ ਸਿਆਸਤ ਇਸ ਦੀ ਵੱਡੀ ਵਜ੍ਹਾ ਹੈ? ਇਸ ਸਵਾਲ ਤੇ ਅਸੀਂ ਚਰਚਾ ਕਰ ਰਹੇ ਹਾਂ। ਪੀਰ ਮੁਹੰਮਦ ਸਾਹਿਬ ਅਕਾਲੀ ਦਲ ਵੱਲੋਂ ਸਾਡੇ ਨਾਲ ਨੇ। ਪੀਰ ਮੁਹੰਮਦ ਸਾਹਿਬ, ਸਵਾਲ ਇਹ ਹੈ, ਤੁਸੀਂ ਕਿਹਾ ਕਿ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਗਈ, ਸੀਬੀਆਈ ਨੂੰ ਜਾਂਚ ਸੌਂਪੀ ਗਈ, ਪਰ ਸੀਬੀਆਈ ਨੂੰ ਜਾਂਚ ਸੌਂਪਣ ਦਾ ਫੈਸਲਾ ਵੀ ਤਾਂ ਤੁਹਾਡਾ ਸੀ। ਮਤਲਬ ਤੁਹਾਨੂੰ ਲੱਗਦਾ ਹੈ ਕਿ ਸਿਆਸੀ ਦਬਾਅ ਦੇ ਵਿੱਚ ਹੀ ਇਹ ਗਲਤੀ ਹੋਈ, ਜਾਂ ਤੁਹਾਨੂੰ ਇਸ ਚੀਜ਼ ਦਾ ਅਫਸੋਸ ਹੈ? ਦੇਖੋ, ਇੱਕ ਪੂਰੀ ਸਰਕਾਰ ਚੱਲ ਰਹੀ ਹੈ, ਸਰਕਾਰ ਅੱਛੇ ਤਰੀਕੇ ਨਾਲ ਸਭ ਕੁਝ ਚੱਲ ਰਿਹਾ ਹੈ, ਲੇਕਿਨ ਇਸ ਸਮੇਂ ਦਰਮਿਆਨ ਇੱਕ ਐਡੀ ਵੱਡੀ ਘਟਨਾ ਵਾਪਰਦੀ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਹੀ ਨਹੀਂ ਹੁੰਦਾ, ਪੂਰੀ ਦੇਸ਼ ਦੁਨੀਆ ਦੇ ਉੱਤੇ ਇੱਕ ਅਸਰ ਜਾਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ, ਸਰੂਪ ਚੋਰੀ ਹੋਏ ਨੇ, ਤਾਂ ਉਸ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਪ੍ਰਤੀਕਰਮ ਸੀ, ਉਸ ਪ੍ਰਤੀਕਰਮ ਦੇ ਵਜੋਂ ਜਿਹੜੀ ਇੱਕ ਗਠਿਤ ਕੀਤੀ ਗਈ ਆਪਣੀ ਜਾਂਚ ਕਮੇਟੀ, ਤਾਂ ਉਹ ਸੀਬੀਆਈ ਨੂੰ ਇਸ ਕਰਕੇ ਸੌਂਪਿਆ ਕਿ ਇੱਕ ਆਪਾਂ ਆਮ ਹੀ ਧਾਰਨਾ ਹੈ, ਇੱਥੇ ਕੋਈ ਵੀ ਘਟਨਾ ਵਾਪਰਦੀ ਹੈ ਕਿ ਇਹਦੀ ਜਾਂਚ ਸੀਬੀਆਈ ਨੂੰ ਦਿੱਤੀ ਜਾਵੇ ਕਿ ਉਹ ਇੱਕ ਅੱਛੇ ਤਰੀਕੇ ਨਾਲ ਜਾਂਚ ਕਰੇਗੀ। ਪਰ ਫਿਰ ਬਹਾਨਾ ਇਹ ਲਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਵਿਰੋਧ ਦੇ ਵਿੱਚ ਸੀ ਕਿ ਉਸ ਵੇਲੇ ਨਾਲ ਭਾਜਪਾ ਸਰਕਾਰ ਸੀ, ਇੱਥੇ ਪੰਜਾਬ ਦੇ ਵਿੱਚ ਵੀ ਗੱਠਜੋੜ ਸੀ ਕਿ ਉਹ ਵੇਖੋ ਜੀ ਸੀਬੀਆਈ ਤਾਂ ਉਹਨਾਂ ਦੇ ਅੰਡਰ ਹੈ, ਇਹ ਅੱਛਾ ਸਹੀ ਇਹਦੀ ਇਨਵੈਸਟੀਗੇਸ਼ਨ ਨਹੀਂ ਹੋਣੀ। ਤਾਂ ਉਸ ਤੋਂ ਬਾਅਦ ਹੀ ਫਿਰ ਉਹ ਜਾਂਚ ਜਿਹੜੀ ਬਦਲੀ ਗਈ ਕਿ ਆਪਾਂ ਇੱਥੇ ਦੂਸਰਿਆਂ ਕੋਲੋਂ ਕਰਵਾ ਲੈਂਦੇ ਆ। ਗੱਲ ਕੀ ਹੈ ਕਿ ਇਸ ਸਾਰੇ ਘਟਨਾਕ੍ਰਮ ਦਾ ਜੇ ਸਿੱਟਾ ਕੱਢੀਏ ਕਿ ਇਹ ਜਿਹੜੀ ਘਟਨਾ ਵਾਪਰੀ ਹੈ, ਇੱਕ ਪ੍ਰੀ ਪਲਾਨਡ ਯੋਜਨਾਬੰਦ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨੇਸਤੋ ਨਬੂਦ ਕਰਨ ਵਾਸਤੇ, ਢਾਹ ਲਾਉਣ ਵਾਸਤੇ। ਪਰ ਸ਼੍ਰੋਮਣੀ ਅਕਾਲੀ ਦਲ ਉਹ ਜਮਾਤ ਹੈ ਜਿਸ ਦੇ ਪੁਰਖਿਆਂ ਨੇ, ਜਿਸ ਦੇ ਵਰਕਰਾਂ ਨੇ, ਜਿਸ ਦੇ ਹਮਾਇਤੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਔਰ ਬੜਾ ਸੰਘਰਸ਼ ਲੜਿਆ। ਸਮੇਂ-ਸਮੇਂ ਗਲਤੀਆਂ ਹੁੰਦੀਆਂ ਨੇ ਸਰਕਾਰਾਂ ਕੋਲ। ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਵੀ ਗਲਤੀਆਂ ਹੋਈਆਂ ਔਰ ਉਸ ਨੂੰ ਵਾਰ-ਵਾਰ ਪ੍ਰਮਾਣ ਵੀ ਕੀਤਾ ਗਿਆ। ਹੁਣ ਮੇਰੇ ਤੋਂ ਪਹਿਲਾਂ ਗਰੇਵਾਲ ਸਾਹਿਬ ਵੀ ਕਹਿ ਰਹੇ ਸੀ ਕਿ ਅਸੀਂ ਖੁੱਲੇ ਮਨ ਨਾਲ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਪਹਿਰੇਦਾਰ ਜਮਾਤ ਹੈ ਔਰ ਉਸ ਨੇ ਤਾਂ ਪਹਿਰਾ ਦੇਣਾ, ਔਰ ਉਸ ਦੇ ਪਹਿਰੇ ਦੇ ਵਿੱਚ ਜੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਤਾਂ ਉਸ ਦੀ ਜਿਸ ਪੱਧਰ ਦੇ ਉੱਤੇ ਵੀ ਜਾਂਚ ਹੋ ਸਕਦੀ ਸੀ ਉਹ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਲੇਕਿਨ ਤੁਸੀਂ ਦੇਖੋ, ਬੇਅਦਬੀ ਦੀਆਂ ਘਟਨਾਵਾਂ ਤਾਂ ਅੱਜ ਤੱਕ ਨਹੀਂ ਰੁਕੀਆਂ। ਬੇਅਦਬੀ ਦੀਆਂ ਘਟਨਾਵਾਂ ਇੱਕ ਬੜੀ ਗਹਿਰੀ ਸਾਜ਼ਿਸ਼ ਰਚੀ ਗਈ ਹੈ ਕਿ ਸਿੱਖ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਤੋੜਨਾ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅਦਬ ਸਤਿਕਾਰ ਹੈ, ਇਹ ਮੂਰਖ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਸਤਿਕਾਰ ਘਟਦਾ ਨਹੀਂ, ਇਸ ਤਰ੍ਹਾਂ ਸਤਿਕਾਰ ਵੱਧਦਾ ਹੈ ਕਿ ਗੁਰੂ ਸਾਹਿਬ ਪ੍ਰਤੀ ਸਿੱਖ ਦੀ ਜਿਹੜੀ ਸਮਰਪਿਤ ਭਾਵਨਾ ਹੋਰ ਵੱਧਦੀ ਹੈ। ਤੇ ਮੈਂ ਤਾਂ ਹੁਣ ਵੀ ਬੇਨਤੀ ਕਰਾਂਗਾ, ਇਹ ਘਟਨਾਵਾਂ ਵਾਪਰ ਚੁੱਕੀਆਂ ਨੇ, ਲੇਕਿਨ ਸਾਨੂੰ ਪਹਿਰੇਦਾਰ ਅੱਜ ਵੀ ਬਣਨਾ ਪਵੇਗਾ। ਸਾਨੂੰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਜਿੱਥੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ, ਉੱਥੇ ਸਾਨੂੰ ਆਪ ਪਹਿਰੇਦਾਰ ਬਣਨਾ ਪਵੇਗਾ, ਸਾਰੇ ਪ੍ਰਬੰਧ ਕਰਨੇ ਪਵੇਗਾ। ਅਸੀਂ ਆਪਣਾ ਘਰ ਨਹੀਂ ਸੁਣਨਾ ਛੱਡਦੇ, ਪਰ ਗੁਰਦੁਆਰੇ ਕਿਉਂ ਅਸੀਂ ਸੁਣਨੇ ਛੱਡਦੇ ਹਾਂ? ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਉੱਥੇ ਅੱਛੇ ਢੰਗ ਦੇ ਨਾਲ ਪਿੰਡਾਂ ਦੇ ਵਿੱਚ ਬਜ਼ੁਰਗ ਨੇ, ਆਪਾਂ ਆਮ ਹੀ ਵੇਖਦੇ ਹਾਂ ਕਿ ਉਹ ਇਕੱਠੇ ਹੋ ਕੇ ਵਿਹਲੇ ਟਾਈਮ ਦੇ ਵਿੱਚ ਆਪਣਾ ਸਮਾਂ ਗੁਜ਼ਾਰਦੇ ਆ। ਉਹਨਾਂ ਸਾਰਿਆਂ ਨੂੰ ਵੀ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਘਰਾਂ ਦੇ ਵਿੱਚ ਜਾਓ, ਉੱਥੇ ਬੈਠ ਕੇ ਨਾਮ ਸਿਮਰਨ ਕਰੋ, ਵੱਧ ਤੋਂ ਵੱਧ ਆਪਣਾ ਟਾਈਮ ਉੱਥੇ ਗੁਜ਼ਾਰੋ
ਔਰ ਇਸੇ ਤਰ੍ਹਾਂ ਜਿਹੜੇ ਧਾਰਮਿਕ ਸਾਡੇ ਭਾਈਚਾਰੇ ਦੂਸਰੇ ਨੇ ਉਹਨਾਂ ਨੂੰ ਵੀ ਆਪਣੇ ਧਰਮ ਪ੍ਰਤੀ ਆਪਣੀ ਭਾਵਨਾ ਅਨੁਸਾਰ ਸਾਰੇ ਪ੍ਰਬੰਧ ਕਰਨੇ ਚਾਹੀਦੇ ਆ। ਇਹ ਜਿਹੜੀ ਘਟਨਾ ਵਾਪਰੀ ਏ ਇਸ ਦੀ ਅਸੀਂ ਪਹਿਲਾਂ ਵੀ ਇਸ ਗੱਲ ਦੇ ਉੱਤੇ ਇਨਸਾਫ ਵਾਸਤੇ ਲੜੇ ਆ, ਅੱਜ ਵੀ ਲੜ ਰਹੇ ਆ ਕਿ ਜਿਹੜੇ ਅਸਲ ਦੋਸ਼ੀ ਨੇ ਜਿਨ੍ਹਾਂ ਨੇ ਸਾਜ਼ਿਸ਼ ਰਚੀ ਏ ਉਹਨਾਂ ਨੂੰ ਗੁਰੂ ਨੇ परमात्मा ने तो नंगिया करना ही करना, लेकिन इत्थे जिहड़ी लोकाई दे विच जिहड़ियां साडीयां अदालतां ने सिस्टम ने ਉਹਨਾਂ ਨੂੰ ਜ਼ਰੂਰ ਜਿਵੇਂ ਤੁਸੀਂ ਇੱਕ ਆਪ ਹੀ ਸਵਾਲ ਕੀਤਾ ਸੀ ਕਿ ਮਤਾ ਤਾਂ ਪੰਜਾਬ ਵਿਧਾਨ ਸਭਾ 'ਚ ਪਾਸ ਕੀਤਾ ਗਿਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਾਸ ਕੀਤਾ, ਲੇਕਿਨ ਉਹਨੂੰ ਇੰਪਲੀਮੈਂਟ ਕਰਾਉਣ ਲਈ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਵੀ, ਕਿਉਂਕਿ ਇਕੱਲਾ ਗੁਰੂ ਸਾਹਿਬ ਇੱਥੇ ਪੰਜਾਬ ਦੇ ਵਿੱਚ ਪ੍ਰਕਾਸ਼ਮਾਨ ਨਹੀਂ, ਇਹ ਪੂਰੇ ਦੇਸ਼ ਦੇ ਅੰਦਰ ਦੁਨੀਆ ਦੇ ਵਿੱਚ ਪ੍ਰਕਾਸ਼ਮਾਨ ਨੇ। ਔਰ ਇਹ ਜਿੱਥੇ ਕੋਈ ਘਟਨਾ ਵਾਪਰਦੀ ਜੇ ਕੋਈ ਉਹਦਾ ਦੋਸ਼ੀ ਪਕੜਿਆ ਜਾਂਦਾ ਹੈ ਜਾਂ ਕੋਈ ਸਾਜ਼ਿਸ਼ ਰਚਦਾ ਉਹਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। जी जी, मैं गरेवाल साहब सिर्फ गल इसे घटना की क्यों की जा रही है क्योंकि ये घटना कली नहीं सी बरगाड़ी तो बाद जो चीज़ां हुई चाहे वह बैबल कलां या कोटकपूरा दे विच होया उस विच हुण फिर किवें उस दी जिहड़ी जांच चल रही है उसनूं तुसीं किस तरीके नाल देखदे हो? इस विच तुसीं कह रहे हो कि कोई नाम नहीं आया, रिपोर्ट बिल्कुल साफ आई है, किसी दे विच अकाली दल दा पूरी रिपोर्ट दे 467 पन्नियां दे विच जिक्र नहीं, पर यह घटना इकलौती नहीं सी, बैबल कलां कोटकपूरा भी इसे दे नाल जुड़िया सी। गरेवाल साहब देखो नरेंद्र जी, बिल्कुल तुहाडी गल बिल्कुल दुरुस्त है। अज दा सवाल है, अज दा सवाल आया कि ये जिहड़ी जांच है ये एक जांच सीगी, उस तो बाद दो जांचां होर ने, बिल्कुल ये ठीक है, पर गल की है भी सब तो वड्डा कारण जिहड़ी चीज़ बनी गुरु ग्रंथ साहब जी का चोरी होना, गुरु ग्रंथ साहब जी के पन्ने बेअदबी होनी, जिहदे कारण करके दूजियां घटनावां होईयां, सब तो वड्डा कांड वो है गुरु साहब की जिहड़ी बेअदबी है सब तो वड्डी है। अज देखो एक गल आपां नूं अज देखो विचारनी चाहिए सानूं सारिआं नूं कि 7 साल हो गए अकाली दल ने सिर्फ ये बयान दिते कि असी किसी भी तरह गुरु ग्रंथ साहब की बेअदबी दे विच शामिल नहीं हो सकते, क्योंकि साडी मानसिकता है असी तो दूसरे धर्मां दा सत्कार करते हैं, गुरु साहबान ने जो सानू सिखाया उन्होंने सिद्धांतां दे कायदे चलदा, असी साहिब श्री गुरु ग्रंथ साहब की बेअदबी तो किवें कर सकते हैं, असी तो किसी दे होर दे धर्म की तौहीन भी करते नहीं गे। ये गल जिहड़ा अकाली दल इस गल ही सत्कारिया जांदा। सो मैं ये गल दसनी चाहुंदा है कि जिहड़ी ये गल असी इन्नी 7 साल हाथ जोड़ के खड़े रहे कि समा आएगा गुरु कृपा करेगा, इस गल का निर्णय करेगा, जिन्हों कहने आपां दुध दा दुध ते पानी दा पानी। हुण गल ये है भी सब तो पहला सानू समुचे जिहड़े मैं जिवें गल कीता पीर मुहम्मद साहब ने, राजनीतिक लोकां नूं इस गल तो समझना चाहिए कि जिहड़ी ये जांच है ये जांच दा अर्थ की है, ये जांच दा अर्थ है कि ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਆਪਣੀਆਂ ਵੋਟਾਂ ਦੇ ਹਿੱਤ ਲਈ ਵਰਤਿਆ ਉਹਨਾਂ ਦੇ ਮੂੰਹ ਤੇ ਇੱਕ ਬੜਾ ਵੱਡੀ ਚਪੇੜ ਹੈ ਤੇ ਉਹਨਾਂ ਦੀ اخلاقی ਹਾਰ ਹੈ। ਸਭ ਤੋਂ ਵੱਡੀ ਗੱਲ ਤਾਂ ਸਾਨੂੰ ਇਹ ਸਮਝਣੀ ਚਾਹੀਦੀ ਆ। ਹੁਣ ਰਹੀ ਗੱਲ ਤੁਸੀਂ ਦੂਜਿਆਂ ਦੀ ਗੱਲ ਕਰ ਰਹੇ ਹੋ, ਬਿਲਕੁਲ ਮੈਂ ਪਹਿਲਾਂ ਹੀ ਇਹ ਗੱਲ ਕਹਿਤੀ ਕਿ ਜਦੋਂ ਇਹ ਘਟਨਾਵਾਂ ਵਾਪਰੀਆਂ ਤੇ ਉਹਦੇ ਨਾਲ ਜਿਹੜੇ ਸਿੱਖ ਜਿਹੜੇ ਸਿੱਖ ਪ੍ਰਦਰਸ਼ਨ ਕਰ ਰਹੇ ਸੀ ਗੁਰੂ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਲੈ ਕੇ, ਹਰ ਸਿੱਖ ਦਾ ਵਲਵਲਾ, ਉਹ ਵਲਵਲਾ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ, ਉਹ ਬਿਆਨ ਦੇ ਸਕਦਾ, ਉਹ ਅੱਗਿਓਂ ਕਹਿੰਦੇ ਹੁੰਦੇ ਆ ਵੱਡਾ ਪ੍ਰਦਰਸ਼ਨ ਕਰ ਸਕਦਾ, ਉਹਨਾਂ ਦਾ ਪ੍ਰਦਰਸ਼ਨ ਬਿਲਕੁਲ ਜਾਇਜ਼ ਸੀ। ਉਸ ਸਮੇਂ ਦੇ ਉੱਤੇ ਜਿਹੜੇ ਸਾਡੇ ਸੈਣੀ ਜਿਹੜੇ DGP ਸੀ, ਮੈਂ ਇਹ ਗੱਲ ਕਹਿਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦਾ ਕਿ ਉਹਨਾਂ ਨੇ ਜਿਹੜਾ ਇਹ ਹੱਲਾ ਕੀਤਾ ਜਿਨ੍ਹਾਂ ਦੇ ਕਰਕੇ ਇਹ ਗੋਲੀ ਚੱਲੀ, ਅੱਜ ਤੱਕ ਮੈਂ ਇਹ ਗੱਲ ਫੇਰ ਕਹਿ ਦਿਆਂ, ਇਹ ਗੱਲ ਵੀ ਅੱਗੇ ਆਏਗੀ, ਅੱਜ तक ये गल साबित नहीं हुई। रणजीत सिंह कमिशन अपने वालों एक रिपोर्ट दे चुकिया, जिहड़ा कि रणजीत सिंह कमिशन जिहड़ा खैरा साहब उदों कांग्रेस सीगे जां आम आदमी सीगे, उन्हां दे रिश्तेदार ने, उन्हां दा भी पूरा जोर लग्या सी, वो भी ये गल कह चुके ने कि जिहड़े बादल साहब ने जां मुख मंत्री ने गोली चलाउण दा कोई आर्डर नहीं दिता। ये गल मैं नहीं कह रहा, ये रणजीत सिंह कमिशन कह रहा, ये आने वाले दिनों के अंदर वो भी अगे आएगा। तुसीं एक गल याद करो कि अकाली दल ने 10 पुलिस अफसरां के खिलाफ कार्रवाई की सी, ਉਹੀ ਪੁਲਿਸ ਅਫਸਰਾਂ ਨੂੰ ਜਿਹੜੀ ਹੈ ਅੱਜ ਜਿਹੜੀਆਂ ਕਟਹਿਰੇ ਤੇ ਕਚਹਿਰੀ ਵਿੱਚ ਜਿਹੜੀਆਂ ਤਰੀਕਾ ਭੁਗਤਣੀਆਂ ਪੈ ਰਹੀਆਂ, ਅਕਾਲੀ ਦਲ ਨੇ ਆਪਣੇ ਤੌਰ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਕੋਈ ਗੁਰੇਜ਼ ਨਹੀਂ ਸੀ ਕੀਤਾ। ਹਾਂ ਇਹ ਸਾਡੇ ਖਿਲਾਫ ਇੱਕ ਹੋਰ ਆਵਾਜ਼ ਉੱਠਦੀ ਆ ਕਿ ਜੀ ਪੁਲਿਸ ਅਣਪਛਾਤੀ ਨਹੀਂ ਹੁੰਦੀ। ਹੁਣ ਪੁਲਿਸ ਦਾ ਜਿਹੜੇ 10 ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਆ ਉਹ ਤਾਂ ਪਛਾਤੇ ਸੀ ਨਾ, ਉਹਨਾਂ ਦੇ ਮਸਲੇ 'ਚ ਹੋਰ ਜਿਹੜੇ ਲੋਕਾਂ ਨੇ ਗੋਲੀ ਚਲਾਈ ਹੋਏਗੀ, ਇੰਨਾ ਵੱਡਾ ਕੱਟ ਸੀ, ਉਹਦੀ ਖੋਜ ਕਰਕੇ ਹੀ ਦੱਸਿਆ ਜਾ ਸਕਦਾ ਸੀ ਨਾ। ਸੋ ਇਹ ਗੱਲ ਸਾਨੂੰ ਪੱਕੀ ਧਾਰਨਾ ਬਣਾ ਲੈਣੀ ਚਾਹੀਦੀ ਆ ਕਿ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਸਿੱਖ ਸੀਗੇ ਉਹਨਾਂ ਦਾ ਦੋਖੀ ਨਹੀਂ ਸੀ ਤੇ ਬੇਅਦਬੀ ਸ਼ਾਮਲ ਨਹੀਂ ਸੀ। ਕਿਸੇ ਤਰ੍ਹਾਂ ਦੀ ਜਦੋਂ ਗੱਲ ਆਈ ਤਾਂ ਤੁਸੀਂ ਮੈਨੂੰ ਦੱਸੋ ਕਿ ਉਹ ਡੀਜੀਪੀ ਨੂੰ ਲਾਉਂਦਾ? ਪਹਿਲਾਂ ਇੱਕ ਦਿਨ ਬਾਅਦ ਮੈਨੂੰ ਇਹ ਸ਼ਾਇਦ ਮੇਰੀ ਜਾਣਕਾਰੀ 'ਚ ਭੁੱਲ ਹੋਵੇ, ਇੱਕ ਦਿਨ ਇਨਸੀਡੈਂਟ ਹੋਣ ਤੋਂ ਇੱਕ ਦਿਨ ਬਾਅਦ, ਗੋਲੀ ਕਾਂਡ ਤੋਂ ਇੱਕ ਦਿਨ ਬਾਅਦ ਡੀਜੀਪੀ ਨੂੰ ਇੱਥੋਂ ਚੱਲਦਾ ਕਰ ਦਿੱਤਾ ਗਿਆ। ਤੋ ਇਹ ਗੱਲਾਂ ਨੂੰ ਸਾਨੂੰ ਸਮਝਣਾ ਪਏਗਾ। ਸਿਰਫ ਤੇ ਸਿਰਫ ਜਿਹੜੇ ਲੋਕ ਸਿਰਫ ਇਸ ਨੂੰ ਵੋਟ ਦੀ ਸਿਆਸਤ ਲਈ ਵਰਤਦੇ ਆ, ਬਹੁਤ ਮਾੜੀ ਗੱਲ ਆ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਰਾਜਸੀ ਵਿਰੋਧ ਦਾ ਜਿਹੜਾ ਮਿਆਰ ਇੰਨਾ ਨੀਵਾਂ ਨਾ ਗਿਰ ਜੇ। ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਅੰਦਰ ਮੈਂ ਇੱਕ ਗੱਲ ਕਹਿ ਕੇ ਮੈਂ ਆਪਣੀ ਗੱਲ ਖਤਮ ਕਰੂੰਗਾ। ਹੁਣ ਤੱਕ ਅਸੀਂ ਵੇਟ ਕਰਦੇ ਰਹੇ ਕਿ ਸਾਡੇ ਬਾਰੇ ਜਾਂਚਾਂ ਕੀ ਕਹਿੰਦੀਆਂ ਨੇ। ਹੁਣ ਅਸੀਂ ਇਸ ਗੱਲ ਦੀ ਆਵਾਜ਼ ਉਠਾਵਾਂਗੇ ਕਿ ਉਹਨਾਂ ਦਿਨਾਂ ਦੇ ਅੰਦਰ ਜਦੋਂ ਜਿਹੜੀਆਂ ਬੇਅਦਬੀਆਂ ਹੋਈਆਂ ਜਾਂ ਜਿਹੜੇ ਵੀ ਇਹ ਮਾਮਲੇ ਹੋਏ, ਉਹਨਾਂ ਦਿਨਾਂ ਦੇ ਅੰਦਰ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਸੀ ਉਹਨਾਂ ਦੀ ਕਾਰਗੁਜ਼ਾਰੀ ਕੀ ਸੀ, ਉਹਨਾਂ ਦੀ ਜਿਹੜੀ ਮੂਵਮੈਂਟ ਕੀ ਸੀ, ਉਹਨਾਂ ਦੇ ਟੈਲੀਫੋਨ ਜਿਹੜੇ ਆ ਉਹ ਜਾਂਚ ਕੀਤੇ ਜਾਣਗੇ। ਆਉਣ ਵਾਲਾ ਸਮਾਂ ਆਏਗਾ, ਇਸ ਗੱਲ ਦਾ ਨਿਰਣਾ ਹੋਏਗਾ। ਅੱਜ ਤਾਂ ਅਸੀਂ ਕਿਉਂਕਿ ਦੋਸ਼ ਰਹਿਤ ਹੋ ਚੁੱਕੇ ਹਾਂ। ਜੇ ਅਸੀਂ ਪਹਿਲਾਂ ਕਹਿੰਦੇ ਤਾਂ ਲੋਕਾਂ ਨੇ ਕਹਿਣਾ ਅਸੀਂ ਸਿਆਸੀ ਵਿਰੋਧ ਕਰਕੇ ਕਹਿੰਦੇ ਨੇ। ਅਸੀਂ ਪਹਿਲਾਂ ਵੀ ਇਸ਼ਾਰਾ ਜ਼ਰੂਰ ਕੀਤਾ ਸੀ ਕਿ ਜਾਂਚ ਹੋਣੀ ਚਾਹੀਦੀ। ਅੱਜ ਵੀ ਅਸੀਂ ਕਹਿੰਦੇ ਆ ਕਿ ਜਿਵੇਂ 3 ਬੰਦਿਆਂ ਨੂੰ ਜਿਹੜਾ ਉਹਨਾਂ ਨੂੰ ਸਜ਼ਾ ਲੱਗੀ ਆ, ਇਹ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਅੰਦਰ ਇਹ ਦੁੱਧ ਪਾਣੀ ਦਾ ਪਾਣੀ ਹੋਏਗਾ। ਜਿਨ੍ਹਾਂ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਆ, ਜਿਨ੍ਹਾਂ ਨੇ ਸਿਆਸੀ ਫਾਇਦਾ ਲਿਆ, ਜਿਨ੍ਹਾਂ ਨੇ ਸਿਆਸੀ ਵੋਟਾਂ ਜਿਹੜੀਆਂ ਬਿਲਕੁਲ ਬਣਦਾ ਜੀ। ਇਹ ਗੱਲ ਤੁਹਾਡੀ ਅੱਜ ਬਿਲਕੁਲ ਜਾਇਜ਼ ਹੈ। ਸ਼ਾਮਲ ਪਾਏ ਜਾਣਗੇ। ਬਿਲਕੁਲ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਔਰ ਜਿਵੇਂ ਕਿ ਤੁਸੀਂ ਕਿਹਾ ਕਿ ਅਕਾਲੀ ਦਲ ਲਗਾਤਾਰ ਕਹਿ ਰਹੇ ਕਿ ਅਸੀਂ ਇਸ ਤੇ ਕਾਨੂੰਨੀ ਚਾਰਾਜੋਈ ਵੀ ਕਰਾਂਗੇ, ਉਹ ਵੀ ਗੱਲ ਅੱਜ ਜਾਇਜ਼ ਬਣਦੀ ਹੈ ਜਿਸ ਹਿਸਾਬ ਨਾਲ ਰਿਪੋਰਟ ਆਈ ਹੈ ਔਰ ਜੋ ਖੁਲਾਸੇ ਹੋਏ ਨੇ ਔਰ ਜੋ ਅੱਜ ਦੂਜਾ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਹੈ। ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ, ਇੰਦਰਪਾਲ ਸਿੰਘ ਜੀ, ਕਰਨੈਲ ਸਿੰਘ ਪੀਰ ਮੁਹੰਮਦ ਜੀ ਸਾਡੇ ਨਾਲ ਇਸ ਚਰਚਾ ਵਿੱਚ ਜੁੜਨ ਲਈ। ਵਿਚਾਰ ਤਕਰਾਰ ਵਿੱਚ ਅੱਜ ਵਾਸਤੇ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।